ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਦਰ ਤੇ ਹਾਜ਼ਰ ਗੁਰੂ ਸਵਾਰੇ ਖਾਲਸਾ ਜੀ, ਆਪ ਜੀ ਵਡਭਾਗੇ ਹੋ ਜੋ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਤਿਗੁਰੂ ਜਿਸ ਡਿਠੈ ਸਭ ਦੁੱਖ ਜਾਏ, ਇਨ੍ਹਾਂ ਅਜ਼ਮਤਾਂ ਵਡਿਆਈਆਂ ਦੇ ਮਾਲਕ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਜੀ ਦੀ ਯਾਤਰਾ ਕਰਦੇ ਹਾਂ। ਜੁਗੋ ਜੁਗ ਅਟਲ ਛਤਰ ਚਵਰ ਤਖਤ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰ ਰਹੇ ਹੋ। ਸਤਿਗੁਰੂ ਸਾਰਿਆਂ ਦੀ ਯਾਤਰਾ ਸਫਲ ਕਰਨ। ਹੁਣ ਸਮਾਂ ਹੈ ਗੁਰੂ ਦਰਬਾਰ ਦੇ ਨਿਯਮ ਅਨੁਸਾਰ ਗੁਰੂ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਦਾ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ। ਰਸਨਾ ਪਵਿੱਤਰ ਕਰ ਦੇ ਇੱਕ ਵਾਰ, ਸਾਰੇ ਉਚਾਰਨ ਕਰੋ ਜੀ ਸਤਨਾਮ ਵਾਹਿਗੁਰੂ ਜੀ। ਇਹ ਇਤਿਹਾਸ ਪਹਿਲੇ ਪਾਤਸ਼ਾਹ ਜਾਹਰ ਪੀਰ ਜਗਤ ਗੁਰੂ ਕੱਲ ਤਾਰਨ ਆਏ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹੈ। ਸਤਿਗੁਰੂ ਜੀ ਤਰਤ ਲੁਕਾਈ ਨੂੰ ਸੋਧਣ ਵਾਸਤੇ ਜਗਤ ਜਲੰਦੇ ਨੂੰ ਠਾਰਨ ਵਾਸਤੇ ਚੱਲੇ ਨੇ। ਇਹ ਪਹਿਲੀ ਯਾਤਰਾ ਹੈ, ਪਹਿਲੀ ਉਦਾਸੀ ਹੈ। ਸਤਿਗੁਰੂ ਜੀ ਐਮਨਾਬਾਦ, ਢਾਕਾ, ਬੰਗਾਲਾ, ਕਾਵਰੂ ਦੇਸ਼, ਸੰਗਲਾ ਦੀਪ ਹੁੰਦੇ ਹੋਏ ਉੱਥੇ ਪਹੁੰਚੇ ਨੇ ਜਿੱਥੇ ਜੋਗੀ ਭਰਥਰੀ ਰਹਿੰਦਾ ਸੀ। ਸਤਿਗੁਰੂ ਜੀ ਇਸ ਦੇ ਆਸ਼ਰਮ ਦੇ ਬਾਹਰ ਆਪਣਾ ਡੇਰਾ ਕਰਦੇ ਨੇ। ਜਦੋਂ ਜੋਗੀ ਭਰਥਰੀ ਆਪਣੇ ਆਸ਼ਰਮ ਤੋਂ ਬਾਹਰ ਆਇਆ ਤਾਂ ਉਸਨੇ ਕੀ ਵੇਖਿਆ? ਦੇਖ ਅਤੀਤ ਦੀਪਤ ਪ੍ਰਕਾਸ਼ਾ, ਧਰਿਓ ਸਰੂਪ ਮਨੋ ਸੁਖ ਰਾਸਾ, ਮਸਤਕ ਆਜੁਤ ਲੋਚਨ ਲੋਨੇ, ਗਿਆਨ ਤਰਨ ਜਨ ਜਗ ਪ੍ਰਗਟੋਨੇ। ਬੜੇ ਤੇਜ ਪ੍ਰਤਾਪ
और बड़े ਵੱਡੇ ਸਤਿਗੁਰਾਂ ਦੇ ਇਸ ਜੋਗੀ ਨੇ ਦਰਸ਼ਨ ਕੀਤੇ ਨੇ। ਆਏ ਨਿਕਟ ਮੁਖ ਬਚਨ ਬਖਾਨਾ, ਕੌਣ ਦੇਸ਼ ਕਿਤ ਕਰੋ ਪਿਆਨਾ। ਭਰਥਰੀ ਨੇ ਕੀ ਵੇਖਿਆ ਕਿ ਚੌੜਾ ਮੱਥਾ ਹੈ, ਨੇਤਰ ਕਮਲ ਫੁੱਲ ਵਾਂਗੂ ਖਿੜੇ ਹੋਏ ਨੇ। ਇਉਂ ਮਾਨੋ ਕਿ ਕੋਈ ਗਿਆਨ ਦਾ ਕੋਈ ਸੂਰਜ ਬੈਠਾ ਹੈ। ਇਹਨੇ ਆ ਕੇ ਗੁਰੂ ਦੇ ਚਰਨਾਂ ਤੇ ਮੱਥਾ ਟੇਕਿਆ। ਫਿਰ ਪੁੱਛਿਆ, ਤੁਸੀਂ ਕੌਣ ਹੋ, ਕਿੱਥੇ ਚੱਲੇ ਹੋ? ਜਦੋਂ ਦੱਸਿਆ ਕਿ ਦੇਸ਼ ਪੰਜਾਬ ਸੋ ਦੂਰ ਹਮਾਰਾ, ਇਹ ਸ਼੍ਰੀ ਨਾਨਕ ਗੁਰੂ ਉਦਾਰਾ। ਇਹ ਗੁਰੂ ਨਾਨਕ ਨੇ, ਸਾਡਾ ਦੇਸ਼ ਪੰਜਾਬ ਹੈ। ਭਰਥਰੀ ਬੜਾ ਖੁਸ਼ ਹੋਇਆ। ਸਤਿਗੁਰਾਂ ਨੇ ਪੁੱਛਿਆ ਕਿ ਭਾਈ ਤੈਨੂੰ ਸਾਡੇ ਬਾਰੇ ਕਿਵੇਂ ਪਤਾ ਹੈ? ਤਾਂ ਉਸ ਵਕਤ ਫਿਰ ਇਹਨੇ ਦੱਸਿਆ ਕਿ ਇੱਕ ਵਕਤ ਸੀ ਜਦੋਂ ਮੈਨੂੰ ਨਾਰਦ ਮੁਨੀ ਜੀ ਮਿਲੇ ਸਨ, ਤੇ ਨਾਰਦ ਮੁਨੀ ਜੀ ਨੇ ਮੈਨੂੰ ਤੁਹਾਡੇ ਬਾਰੇ ਦੱਸਿਆ ਸੀ। ਬੀਨਾ ਹਾਥ ਭਗਤ ਮੈਂ ਭੀਨਾ, ਰੰਗਿਓ ਪ੍ਰੇਮੈ ਰੰਗ ਪਰ ਬੀਨਾ। ਮੈਂ ਬਲੋਕ ਕਰ ਬੰਧਨ ਕੀਨੀ, ਹਵੈ ਕਿਰਪਾਲ ਤਿਨ ਆਸ਼ਿਕ ਦੀਨੀ। ਮੈਂ ਨਾਰਦ ਮੁਨੀ ਜੀ ਨੂੰ ਮੱਥਾ ਟੇਕਿਆ। ਨਾਰਦ ਮੁਨੀ ਜੀ ਨੇ ਮੈਨੂੰ ਅਸੀਸ ਦਿੱਤੀ, ਤੇ ਮੈਂ ਨਾਰਦ ਮੁਨੀ ਜੀ ਨੂੰ ਕਿਹਾ ਕਿ ਮੇਰੇ ਕੁਝ ਸਵਾਲ ਨੇ, ਕੀ ਤੁਸੀਂ ਇਹਨਾਂ ਸਵਾਲਾਂ ਦੇ ਉੱਤਰ ਜਵਾਬ ਦਿਓਗੇ? ਤਾਂ ਉਹਨਾਂ ਨੇ ਮੈਨੂੰ ਆਖਿਆ ਸੀ ਕਿ ਸਰਬ ਬਤਾਵੇਂ ਸ਼੍ਰੀ ਜਗ ਸਾਈਂ, ਛਿਤ ਅਵਤਾਰ ਲੀਨ ਅਬ ਜਾਈ। ਸ਼੍ਰੀ ਨਾਨਕ ਨਿਜ ਨਾਮ ਧਰਾਵੇਂ, ਭਗਤ ਜਗਤ ਮੈਂ ਮਗ ਪ੍ਰਗਟਾਵੇਂ। ਪਰਮਾਤਮਾ ਨੇ ਕੁਝ ਸਮੇਂ ਬਾਅਦ ਜਗਤ ਦੇ ਸੰਸਾਰ ਦੇ ਵਿੱਚ ਅਵਤਾਰ ਧਾਰਨ ਕਰਨਾ ਹੈ। ਆਪਣਾ ਨਾਂ ਉਹਨਾਂ ਨੇ ਨਾਨਕ ਦੇ ਰੂਪ ਵਿੱਚ ਪ੍ਰਗਟ ਕਰਨਾ ਹੈ, ਔਰ ਉਹ ਸੰਸਾਰ ਦੇ ਦੰਭ ਪਖੰਡ ਖਤਮ ਕਰਨਗੇ ਤੇ ਸੰਸਾਰ ਦੇ ਵਿੱਚ ਭਗਤੀ ਦਾ ਮਾਰਗ ਦ੍ਰਿੜ ਕਰਾਉਣਗੇ। ਸ਼ਾਇਦ ਇਹ ਗੱਲ ਸਾਡੀ ਸਮਝ ਵਿੱਚ ਆਵੇ। ਪਾਠ ਕਰੋ ਜੀ, ਬੱਚਾ ਪੈਦਾ ਹੋਇਆ, ਜਪਜੀ ਦਾ ਪਾਠ ਕਰੋ ਜੀ। ਬੱਚੇ ਨੇ ਅੰਮ੍ਰਿਤ ਛਕਣਾ ਹੈ ਤੇ 5 ਬਾਣੀਆਂ ਦਾ ਪਾਠ ਕਰੋ ਜੀ। ਸਵੇਰੇ ਪਾਠ ਕਰੋ ਜੀ, ਸ਼ਾਮ ਨੂੰ ਪਾਠ ਕਰੋ ਜੀ। ਗੁਰਦੁਆਰੇ ਜਾਓ ਤੇ ਤਾਂ ਪਾਠ ਕਰੋ ਜੀ। ਵਿਆਹ ਆਇਆ ਤੇ ਤਾਂ ਵੀ ਪਾਠ ਕਰੋ ਜੀ। ਕੋਈ ਚੜ੍ਹਾਈ ਕਰ ਗਿਆ ਤਾਂ ਵੀ ਪਾਠ ਕਰੋ ਜੀ। ਸਾਡੇ ਵਿੱਚ ਕੋਈ ਕਰਮ ਕਾਂਡ ਨਹੀਂ ਹੈ। ਹਾਲਾਂਕਿ ਅਸੀਂ ਕਸਰ ਛੱਡਦੇ ਨਹੀਂ ਆ, ਪਰ ਮਰਿਆਦਾ ਦੇ ਤੌਰ ਤੇ ਤੁਸੀਂ ਕਦੇ ਨਹੀਂ ਵੇਖਿਆ ਹੋਏਗਾ ਕਿ ਗੁਰਦੁਆਰੇ ਦੇ ਵਿੱਚ ਕੋਈ ਇਸ ਤੋਂ ਇਲਾਵਾ ਕੋਈ ਪਖੰਡ ਹੁੰਦਾ ਹੋਵੇ। ਗਾਨੇ ਬੰਨਣੇ, ਘੋੜੀ ਚੜ੍ਹਨਾ, ਜਾਂ ਕੋਈ ਬੰਦਾ ਮਰ ਗਿਆ ਤੇ
ਘੜਾ ਭੰਨਣਾ, ਤਾਹਾਂ ਮਾਰਨੀਆਂ, ਇਹ ਸਭ ਬਾਹਰ ਦੇ ਫੋਕਟ ਕਰਮ ਨੇ। ਪਰ ਜਦੋਂ ਵੀ ਧਰਮ ਦੀ ਗੱਲ ਆਈ ਤਾਂ ਇਹੀ ਸੀਗਾ, ਬੰਦੇ ਦੀ ਚਿਖਾ ਵੀ ਚਿਣਨੀ ਹੈ, ਕਹਿੰਦੇ ਉੱਥੇ ਵੀ ਪਾਠ ਕਰੋ ਜੀ। ਫੁੱਲ ਚੁਗਣੇ ਨੇ, ਕਹਿੰਦੇ ਜੀ ਉੱਥੇ ਵੀ ਪਾਠ ਕਰੋ ਜੀ। ਅਸਲ ਵਿੱਚ ਗੁਰੂ ਨਾਨਕ ਸਾਹਿਬ ਨੇ ਦੁਨੀਆ ਦੇ ਵਿੱਚ ਭਗਤੀ ਦਾ ਮਾਰਗ ਦਿੱਤਾ ਹੈ, ਭਗਤੀ ਦ੍ਰਿੜ ਕਰਾਈ ਹੈ। ਭਰਥਰੀ ਜੋਗੀ ਕਹਿਣ ਲੱਗੇ ਵੀ ਇਹ ਗੱਲ ਮੈਨੂੰ ਨਾਰਦ ਜੀ ਨੇ ਕਹੀ ਸੀ, ਜਦੋਂ ਹੁਣ ਮੈਨੂੰ ਪਤਾ ਲੱਗਿਆ ਵੀ ਤੁਸੀਂ ਨਾਨਕ ਹੋ ਤੇ ਸੁਭਾਵਕ ਹੈ ਮੇਰੇ ਅੰਦਰ ਹੁਲਾਸ ਆਏਗਾ, ਮੇਰੇ ਅੰਦਰ ਖੁਸ਼ੀ ਆਏਗੀ, ਮੇਰੇ ਅੰਦਰ ਖੇੜਾ ਆਏਗਾ। ਹਾਂਜੀ। ਖੰਡ ਪਖੰਡ ਬ੍ਰਹਿਮੰਡ ਮਝਾਰਾ, ਉਪਦੇਸ਼ੈ ਸਤਨਾਮ ਸੁਖਾਰਾ। ਖੰਡ ਪਖੰਡ ਬ੍ਰਹਿਮੰਡ ਮਝਾਰਾ, ਜਿਹੜੇ ਪਖੰਡ ਨੇ, ਇਹ ਨਾਰਦ ਮੁਨੀ ਜੀ ਨੇ ਕਿਹਾ ਸੀ ਕਿ ਇਹਨਾਂ ਦਾ ਨਾਨਕ ਜੀ ਖੰਡਨ ਕਰਨਗੇ। ਪੂਰੇ ਬ੍ਰਹਿਮੰਡ ਦੇ ਵਿੱਚ ਉਪਦੇਸ਼ੈ ਸਤਨਾਮ ਸੁਖਾਰਾ, ਜਿਹੜਾ ਪਰਮਾਤਮਾ ਦਾ ਸੱਚਾ ਨਾਮ ਹੈ ਉਹਦਾ ਉਪਦੇਸ਼ ਦੇਣਗੇ। ਜਿਹੜੀ ਸਤਿਗੁਰੂ ਦੇ ਘਰੋਂ ਆਵਾਜ਼ ਆਉਂਦੀ ਉਹ ਇਹੀ ਹੈ ਕਿ ਬੋਲੋ ਸਤਨਾਮ ਕਰਤਾਰ। ਇਸ ਘਰ ਦਾ ਜਿਹੜਾ ਉਪਦੇਸ਼ ਹੈ ਉਹ ਇਹੋ ਹੀ ਹੈ ਕਿ ਜਪ ਮਨ ਸਤਨਾਮ ਸਦਾ ਸਤਨਾਮ। ਗੁਰੂ ਨਾਨਕ ਦੇ ਪਿਤਾ ਮਹਾਰਾਜ ਨੇ ਕਲਯੁਗ ਬਾਬੇ ਤਾਰਿਆ, ਸਤਨਾਮ ਪੜ੍ਹ ਮੰਤਰ ਸੁਣਾਇਆ। ਭਰਥਰੀ ਜੋਗੀ ਕਹਿਣ ਲੱਗੇ ਜੀ ਇਹ ਗੱਲਾਂ ਮੈਨੂੰ ਨਾਰਦ ਜੀ ਕਹਿ ਕੇ ਗਏ ਨੇ। ਹਾਂਜੀ। ਅਗਣੀ ਸਰਬ ਗਮਨ ਕਰ ਨਾਥਾ, ਹਵੈ ਚਰਚਾ ਬਹੁ ਸਿੱਧਨ ਸਾਥਾ। ਅਮਣੀ ਸਰਬ ਗਵਨ ਕਰ ਨਾਥਾ, ਹਵੈ ਉਪਦੇਸੈ, ਹਵੈ ਚਰਚਾ ਬਹੁ ਸਿੱਧਨ ਸਾਥਾ। ਸ਼੍ਰੀ ਨਾਨਕ ਜੀ ਧਰਤੀ ਦਾ ਗਵਨ ਕਰਨਗੇ, ਭਰਮਣ ਕਰਨਗੇ, ਤੇ ਵੱਡੇ ਵੱਡੇ ਜਿਹੜੇ ਜੋਗੀ ਲੋਕ ਹੋਣਗੇ ਉਹਨਾਂ ਨਾਲ ਗੋਸ਼ਟ ਵੀ ਕਰਨਗੇ, ਵਿਚਾਰ ਚਰਚਾ ਵੀ ਕਰਨਗੇ। ਇਹ ਗੱਲਾਂ ਮੈਂ ਸ਼੍ਰੀ ਨਾਰਦ ਜੀ ਤੋਂ ਸੁਣੀਆਂ ਨੇ। ਹਾਂਜੀ। ਪ੍ਰਥਮ ਮਿਲਹਿਗੇ ਤੁਝ ਇਤ ਤਾਈ, ਬੈਸੋ ਪ੍ਰੇਮ ਹਿਰਦੇ ਲਿਵ ਲਾਈ। ਤੇ ਉਹ ਮੈਨੂੰ ਕਹਿੰਦੇ ਸੀ ਕਿ ਪ੍ਰਥਮ ਮਿਲੇਂਗੇ ਤੁਝ ਇਤ ਥਾਈ, ਉਹ ਮੈਨੂੰ ਕਹਿੰਦੇ ਸੀ ਤੂੰ ਇੱਥੇ ਰਹਿ, ਤੇ ਸ਼੍ਰੀ ਨਾਨਕ ਜੀ ਆਪ ਆ ਕੇ ਤੁਹਾਨੂੰ ਮਿਲਣਗੇ। ਉਹ ਆਪ ਇੱਥੇ ਆਉਣਗੇ ਚੱਲ ਕੇ। ਇਸ ਕਰਕੇ ਬੈਸੋ ਪ੍ਰੇਮ ਹਿਰਦੇ ਲਿਵ ਲਾਈ, ਤੁਸੀਂ ਪ੍ਰੇਮ ਦੇ ਵਿੱਚ ਰਹਿਣਾ ਹੈ, ਆਪਣੀ ਲਿਵ ਨੂੰ ਸੁਰਤੀ ਨੂੰ ਜੋੜ ਕੇ ਰੱਖਣਾ ਹੈ। ਹਾਂਜੀ। ਪੂਛਲੇ ਹੋ ਜੋ ਹਵੈ ਨਿਜ ਮਨ ਮੈਂ, ਸਰਬ ਬਤਾਏ ਦੇਹ ਇੱਕ ਛਿਨ ਮੈਂ। ਫਿਰ ਭਰਥਰੀ ਜੀ ਜਿਹੜੀਆਂ ਗੱਲਾਂ ਤੁਸੀਂ ਮੈਨੂੰ ਪੁੱਛਣਾ ਚਾਹੁੰਦੇ ਹੋ, ਜਿਹੜੇ ਸਵਾਲ ਤੁਸੀਂ ਮੈਨੂੰ ਕਰਨਾ ਚਾਹੁੰਦੇ ਹੋ, ਇਹ ਫਿਰ ਤੁਸੀਂ ਨਾਨਕ ਜੀ ਨੂੰ ਕਰ ਲੈਣਾ। ਇਹਨਾਂ ਸਾਰੇ ਸਵਾਲਾਂ ਦੇ ਜਵਾਬ ਉੱਤਰ ਜਿਹੜੇ ਨੇ ਉਹ ਤੁਹਾਨੂੰ ਮਿਲ ਜਾਣਗੇ। ਹਾਂਜੀ। ਤਬ ਕੀ ਮਹਿਰਾਬ ਰਸੁੱਧ ਪਾਈ, ਬੈਠ ਰਹਿਓ ਥਿਰ ਹੋਏ ਇਸ ਥਾਈ। ਮੈਂ ਨਾਰਦ ਜੀ ਦੇ ਬਚਨਾਂ ਤੇ ਵਿਸ਼ਵਾਸ ਕੀਤਾ, ਉਡੀਕਦਾ ਸੀ ਕਿ ਜ਼ਰੂਰ ਉਹ ਸਮਾਂ ਆਏਗਾ ਕਿ ਜਦੋਂ ਪਰਮਾਤਮਾ ਅਵਤਾਰ ਧਾਰਨ ਕਰੇਗਾ, ਕੋਈ ਆਪਣਾ ਸਰਗੁਣ ਸਰੂਪ ਧਰਤੀ ਦੇ ਵਿੱਚ ਪ੍ਰਗਟ ਕਰੇਗਾ। ਜਦੋਂ ਕੋਈ ਆਪਣਾ ਅਵਤਾਰ ਉਹ ਧਰਤੀ ਤੇ ਭੇਜੇਗਾ ਤੇ ਜ਼ਰੂਰ ਉਹ ਨਾਨਕ ਹੀ ਹੋਏਗਾ, ਤੇ ਮੇਰੀ ਵੀ ਉਹਨਾਂ ਨਾਲ ਭੇਂਟ ਮੁਲਾਕਾਤ ਹੋਵੇਗੀ। ਅਬ ਮੋਹ ਕੋ ਪਾਦਰਸ਼ ਤੁਮਾਰਾ, ਭਇਓ ਸਾਚ ਜੋ ਮੁਨੀ ਉਚਾਰਾ। ਅੱਜ ਮੈਨੂੰ ਤੁਹਾਡੇ ਦਰਸ਼ਨ ਹੋ ਗਏ
ਤੇ ਨਾਰਦ ਮੁਨੀ ਜੀ ਨੇ ਜਿਹੜੇ ਬਚਨ ਆਖੇ ਸੀ ਉਹ ਪੂਰੇ ਹੋ ਗਏ। ਉਹ ਦੱਸ ਕੇ ਗਏ ਸੀ ਵੀ ਤੈਨੂੰ ਨਾਨਕ ਜੀ ਮਿਲਣਗੇ, ਨਾਨਕ ਜੀ ਇੱਥੇ ਆ ਪਾਉਣਗੇ, ਉਹ ਪਖੰਡਾਂ ਦਾ ਖੰਡਨ ਕਰਨਗੇ, ਉਹ ਸੰਸਾਰ ਦੇ ਵਿੱਚ ਭਗਤੀ ਦਾ ਮਾਰਗ ਦ੍ਰਿੜ ਕਰਾਉਣਗੇ, ਉਹ ਸਭ ਨੂੰ ਸੱਚੇ ਨਾਮ ਦਾ ਉਪਦੇਸ਼ ਦੇਣਗੇ। ਸ਼੍ਰੀ ਗੁਰ ਬਚਨ ਸੁਨਤ ਪਰ ਥਰ ਕੇ, ਗਿਰਾ ਕਹੀ ਬਹੁ ਕਰੁਣਾ ਕਰਕੇ। ਗੁਰੂ ਨਾਨਕ ਦੇ ਪਿਤਾ ਜੀ ਨੇ ਭਰਥਰੀ ਦੇ ਇਹ ਬੇਨਤੀ ਵਾਲੇ ਬਚਨ ਸੁਣੇ, ਫਿਰ ਆਪਣੇ ਮੁਖ ਤੋਂ ਗਿਰਾ ਕਹੀ, ਬਾਣੀ ਕਹੀ। ਸਤਿਗੁਰੂ ਤਰੁੱਠੇ ਤੇ ਆਖਿਆ ਕਿ ਦੱਸੋ ਭਰਥਰੀ, ਫਿਰ ਤੁਹਾਡੇ ਕੀ ਸਵਾਲ ਨੇ ਜਿਹੜੇ ਤੁਸੀਂ ਨਾਰਦ ਜੀ ਨੂੰ ਪੁੱਛਣਾ ਚਾਹੁੰਦੇ ਸੀ, ਜਿਹਦੇ ਜਵਾਬ ਉਹਨਾਂ ਨੇ ਤੁਹਾਨੂੰ ਨਹੀਂ ਦਿੱਤੇ। ਜਿਨ੍ਹਾਂ ਸਵਾਲਾਂ ਨੂੰ ਪੁੱਛਣ ਵਾਸਤੇ ਤੁਹਾਡੇ ਅੰਦਰ ਉਤਸੁਕਤਾ ਸੀ, ਇੱਛਾ ਸੀ, ਦੱਸੋ ਕੀ ਇੱਛਾ ਹੈ ਤੁਹਾਡੀ ਭਾਈ, ਕੀ ਸਵਾਲ ਨੇ ਤੁਹਾਡੇ? ਹਾਂਜੀ। ਜੋ ਪੁੱਛਣ ਕੀ ਇੱਛਾ ਤੇਰੇ, ਕਹੋ ਆਪ ਸੁਣੀਏ ਬਿਨ ਦੇਰੇ। ਸਤਿਗੁਰੂ ਜੀ ਕਹਿਣ ਲੱਗੇ ਪੁੱਛੋ, ਔਰ ਬਿਨਾਂ ਦੇਰੀ ਤੋਂ ਤੁਹਾਨੂੰ ਉਹਨਾਂ ਸਾਰੇ ਸਵਾਲਾਂ ਦੇ ਉੱਤਰ ਜਵਾਬ ਅਸੀਂ ਦਿਆਂਗੇ, ਤੇ ਤੁਸੀਂ ਬੜੀ ਨਿਸ਼ਠਾ ਦੇ ਨਾਲ ਬੈਠ ਕੇ ਸੁਣੋ। ਹਾਂਜੀ। ਬਹੁਤ ਦਿਵਸ ਕੀ ਕਰਤ ਉਡੀਕਾ, ਸੋ ਲੀਜੈ ਉਤਰ ਅਬਨੀਕਾ। ਬਹੁਤ ਦਿਵਸ ਕੀ ਕਰਤ ਉਡੀਕਾ, ਸੋ ਲੀਜੈ ਉਤਰ ਅਬਨੀਕਾ। ਤੁਹਾਡੀ ਉਡੀਕ ਖਤਮ ਹੋ ਚੁੱਕੀ ਹੈ, ਹੁਣ ਤੁਹਾਨੂੰ ਹੋਰ ਬਹੁਤਾ ਸਮਾਂ ਪ੍ਰਤੀਕਸ਼ਾ ਕਰਨ ਦੀ ਜ਼ਰੂਰਤ ਨਹੀਂ ਹੈ। ਪ੍ਰਸ਼ਨ ਕਰੋ, ਤੁਹਾਨੂੰ ਜਵਾਬ ਮਿਲੇਗਾ। ਜੋ ਸਹੀ ਮਾਰਗ ਹੈ ਧਰਮ ਦਾ, ਉਹ ਉਪਦੇਸ਼ ਭਰਥਰੀ ਅਸੀਂ ਤੁਹਾਨੂੰ ਦੇਵਾਂਗੇ। ਹਾਂਜੀ। ਬੋਲਿਓ ਤਬੈ ਭਰਥਰੀ ਬਾਣੀ, ਸੁਨੋ ਕਿਰਪਾਲ ਸਕਲ ਗੁਣ ਖਾਨੀ। ਤਦੋਂ ਫਿਰ ਭਰਥਰੀ ਕਹਿਣ ਲੱਗਾ, ਹੇ ਗੁਣਾਂ ਦੀ ਖਾਨ ਸ਼੍ਰੀ ਨਾਨਕ ਜੀ ਸੁਣੋ। ਮੇਰਾ ਪਹਿਲਾ ਸਵਾਲ ਹੈ, ਪਹਿਲੀ ਬੇਨਤੀ ਮੈਂ ਆਪ ਜੀ ਦੇ ਚਰਨਾਂ ਵਿੱਚ ਕਰਨੀ ਹੈ। ਹਾਂਜੀ। ਮੈਂ ਸਾਧਿਓ ਹਠ ਜੋਗ ਮਹਾਨਾ, ਜਾਂ ਤੇ ਮਨ ਰੋਕਿਓ ਬਿਦ ਨਾਨਾ। ਕਹਿਣ ਲੱਗਾ ਜੀ ਮੈਂ ਬੜੇ ਜੋਗ ਹੱਠ ਕੀਤੇ ਨੇ, ਜਿਹੜੇ ਗੁਰੂ ਗੋਰਖ ਦੇ ਦੱਸੇ ਹੋਏ ਤਰੀਕੇ ਨੇ, ਮੈਂ ਉਹਨਾਂ ਦੀ ਬੜੀ ਹਠੀ ਸਾਧਨਾ ਕੀਤੀ ਹੈ। ਹਠ ਕੀ ਹੈ? ਆਪਣੇ ਸਰੀਰ ਨੂੰ ਤਕਲੀਫ ਦੇਣੀ, ਆਪਣੇ ਸਰੀਰ ਨੂੰ ਕਸ਼ਟ ਦੇਣਾ। ਅੱਜ ਵੀ ਸਾਡੇ ਵਿੱਚ ਇਸ ਗੱਲ ਦਾ ਬਹੁਤ ਵੱਡਾ ਪ੍ਰਭਾਵ ਹੈ। ਕੋਈ ਭੁੱਖਾ ਰਹਿ ਕੇ ਭਗਤੀ ਕਰਦਾ ਹੈ, ਕੋਈ ਪੁੱਠਾ ਲਟਕ ਕੇ ਭਗਤੀ ਕਰਦਾ ਹੈ, ਕੋਈ ਬਿਨਾਂ ਕੱਪੜਿਆਂ ਤੋਂ ਭਗਤੀ ਕਰਦਾ ਹੈ। ਅਸੀਂ ਇਹਨਾਂ ਚੀਜ਼ਾਂ ਦਾ ਪ੍ਰਭਾਵ ਕਬੂਲਦੇ ਹਾਂ। ਇਹੀ ਕਾਰਨ ਹੈ ਕਿ ਜੇ ਸਾਨੂੰ ਕੁਝ ਸਧਾਰਨ ਕੱਪੜਿਆਂ 'ਚ ਮਿਲ ਜਾਏ ਤੇ ਅਸੀਂ ਕਹਿੰਦੇ ਵੀ ਇਹ ਤਾਂ ਨਹੀਂ, ਇਹ ਨਹੀਂ ਹੋ ਸਕਦਾ। ਪਰ ਜਿਸ ਗੁਰੂ ਦੇ ਦਰ ਤੇ ਤੁਸੀਂ ਬੈਠੇ ਹੋ, ਇਸ ਗੁਰੂ ਨਾਨਕ ਦੇ ਪਿਤਾ ਮਹਾਰਾਜ ਨੇ ਸੁਣ ਲੈਣਾ। 14 ਸਾਲ ਤਲਵੰਡੀ ਵਿੱਚ ਗੁਜ਼ਾਰੇ, ਤਕਰੀਬਨ 17 ਸਾਲ ਸੁਲਤਾਨਪੁਰ ਦੇ ਵਿੱਚ ਗੁਜ਼ਾਰੇ, 21 ਸਾਲ ਧਰਤੀ ਦਾ ਭਰਮਣ ਕੀਤਾ, 18 ਸਾਲ ਫਿਰ ਕਰਤਾਰਪੁਰ ਗੁਜ਼ਾਰੇ। ਉਹ ਕਰਤਾਰਪੁਰ ਜੀ ਦਾ ਪਿਛਲੇ ਸਾਲ ਨਵੰਬਰ ਵਿੱਚ ਲਾਂਘਾ ਖੁੱਲਿਆ ਸੀ। ਇਹ ਉਹੀ ਕਰਤਾਰਪੁਰ ਹੈ। ਫਿਰ ਸੁਣ ਲੈਣਾ ਕਿ ਉੱਥੇ ਗੁਰੂ ਜੀ ਰਹੇ ਕਿੰਨਾ ਚਿਰ ਨੇ? 18 ਸਾਲ। ਕਿਉਂਕਿ ਕਈ ਗੱਲਾਂ ਸਾਡੇ ਸਿਰ ਤੋਂ ਲੰਘ ਜਾਂਦੀਆਂ ਨੇ।
ਉਹਨਾਂ ਗੱਲਾਂ ਦਾ ਸਾਡਾ ਮਨ ਪ੍ਰਭਾਵ ਨਹੀਂ ਕਬੂਲਦਾ। ਸੁਲਤਾਨਪੁਰ ਕਿੰਨਾ ਚਿਰ ਰਹੇ? 17 ਸਾਲ। ਕਈਆਂ ਨੂੰ ਤਾਂ ਇੱਦਾਂ ਲੱਗਦਾ ਵੀ ਉੱਥੇ ਬਾਬੇ ਨਾਨਕ ਨੇ ਹੱਟੀ ਕੀਤੀ ਜੀ, 13 ਤੋਲਿਆ ਜੀ। ਸੋਚਦੇ ਵੀ ਘੰਟਾ 2 ਘੰਟੇ ਕੀਤੀ ਹੋਣੀ ਹੈ, 1-2 ਦਿਨ ਕੀਤੀ ਹੋਣੀ, 1-2 ਮਹੀਨੇ ਕੀਤੀ ਹੋਣੀ ਹੈ। ਇੱਥੇ ਸਤਿਗੁਰੂ ਨੇ ਸਾਲੋ ਸਾਲ ਹੱਟੀ ਕੀਤੀ ਹੈ ਤੇ ਆਖਰੀ 18 ਸਾਲ ਸਤਿਗੁਰੂ ਨੇ ਖੇਤੀਬਾੜੀ ਕੀਤੀ ਹੈ, ਐਗਰੀਕਲਚਰ ਕੀਤਾ ਹੈ, ਹਲ ਵਾਹੇ ਨੇ। ਕਿਉਂਕਿ ਜਦੋਂ ਵੀ ਧਰਮ ਦੀ ਦੁਨੀਆ ਦੀ ਗੱਲ ਆਉਂਦੀ ਤੇ ਅਸੀਂ ਮਦਾਰੀਆਂ ਦਾ ਵੇਖਿਆ ਤੁਸੀਂ, ਉਹ ਤਕਰੀਬਨ 1 ਘੰਟੇ ਦਾ ਤਮਾਸ਼ਾ ਹੁੰਦਾ ਹੈ, ਉਹਦੇ ਵਿੱਚ ਹੀ ਇੱਕ ਜਮੂਰਾ ਬਣ ਜਾਂਦਾ ਹੈ, ਇੱਕ ਉਹ ਬਾਂਦਰ ਜਿਹਾ ਆ ਜਾਂਦਾ ਹੈ, ਇੱਕ ਬੰਦਾ ਹੁੰਦਾ ਹੈ, ਉਹਦੇ ਵਿੱਚ ਰੇਡੀਓ ਵੀ ਆ ਗਿਆ, ਕੱਪੜੇ ਵੀ ਆ ਗਏ, ਚੀਜ਼ਾਂ ਵੀ ਆ ਗਈਆਂ, ਵਿਆਹ ਵੀ ਹੋ ਗਿਆ, ਜਨਾਨੀ ਵੀ ਰੁੱਸ ਗਈ ਤੇ ਮਦਾਰੀ ਪੈਸੇ ਵੀ ਮੰਗਣ ਲੱਗ ਜਾਂਦਾ ਹੈ। ਅਸੀਂ ਜਦੋਂ ਗੁਰਦੁਆਰੇ ਵੀ ਆਉਨੇ ਨੇ ਤੇ ਇੱਦਾਂ ਹੀ ਲੱਗਦਾ ਸਾਨੂੰ ਵੀ ਐਤਵਾਰ ਆਏ ਆ ਤੇ 10-15 ਮਿੰਟਾਂ 'ਚ ਸਾਰੇ ਬਸ ਵਿਗੜੇ ਕੰਮ ਠੀਕ ਹੋ ਜਾਣੇ ਚਾਹੀਦੇ। ਪੁੱਛੋ ਕੰਮ ਵਿਗਾੜਨ ਤੇ ਕਿੰਨਾ ਚਿਰ ਲਾਇਆ ਤੁਸੀਂ? ਕੰਮ ਵਿਗਾੜਨ ਤੇ ਜਿੰਨੀ ਉਮਰ ਹੈ ਸਾਰੀ ਲਾਤੀ ਤੁਸੀਂ। ਇੱਕ ਬੰਦਾ ਬਿਮਾਰ ਹੋਇਆ 1 ਮਿੰਟ 'ਚ ਤਾਂ ਹੋਇਆ ਨਹੀਂ ਭਾਈ। ਅਗਰ ਕੋਈ ਗੱਲ ਵਿਗੜੀ ਹੈ ਤੇ 1 ਮਿੰਟ ਵਿੱਚ ਤਾਂ ਵਿਗੜ ਨਹੀਂ ਸਕਦੀ। ਜੇ ਗੱਲ ਨੂੰ ਵਿਗੜਦਿਆਂ ਮਹੀਨੇ ਸਾਲ ਲੱਗੇ ਨੇ ਤੇ ਗੱਲ ਨੂੰ ਸਵਰਨ ਵਾਸਤੇ ਤੁਸੀਂ ਹਫ਼ਤੇ ਦਾ ਟਾਈਮ ਵੀ ਨਹੀਂ ਦਿਓਗੇ। ਅਸੀਂ ਸ਼ੁਭ ਮੰਤਰ ਚਾਹੁੰਦੇ ਹਾਂ। ਧਰਮ ਦੀ ਦੁਨੀਆ ਦੇ ਵਿੱਚ ਅਸੀਂ ਅੱਜ ਵੀ ਇੱਥੇ ਖਲੋਤੇ ਹਾਂ ਕਿ ਕੋਈ ਬਾਬਾ ਮਿਲੇ, ਫੂਕ ਮਾਰੇ ਤਾਂ ਬਸ ਫਿਰ ਠੀਕ ਹੈ। ਤੁਸੀਂ ਸੁਣਿਆ ਦਰਬਾਰ ਸਾਹਿਬ ਕਦੇ ਕਦੇ ਕਰਾਮਾਤ ਵਰਤਦੀ ਹੈ, ਕਿਉਂ? ਬਾਕੀ ਦਿਨ ਗੁਰੂ ਰਾਮਦਾਸ ਸੁੱਤੇ ਰਹਿੰਦੇ ਨੇ। ਉਹ ਜੀ ਉਹਦੀ ਅੱਖਾਂ ਦੀ ਜੋਤ ਆ ਗਈ ਕਿ ਇੱਕੋ ਬੰਦੇ ਦੀ ਜੋਤ ਆਈ ਉੱਥੇ ਅੱਖਾਂ ਦੀ, ਉਹਦੀਆਂ ਜੀ ਲੱਤਾਂ ਚੱਲ ਪਈਆਂ। ਮਤਲਬ ਪਿਛਲੇ 50 ਸਾਲਾਂ 'ਚ ਇੱਕ ਬੱਚੇ ਦੀਆਂ ਲੱਤਾਂ ਚੱਲੀਆਂ, ਬਾਕੀਆਂ ਦੀਆਂ ਲੱਤਾਂ ਖਲੋ ਗਈਆਂ ਨੇ। ਮੈਂ ਆਪ ਜੀ ਨੂੰ ਬੇਨਤੀ ਕਰਾਂ, ਹਰ ਨਿਊਜ਼ ਫਲੈਸ਼ ਨਹੀਂ ਹੁੰਦੀ। ਤੁਸੀਂ ਅੱਜ ਸੁਣਦੇ ਹੋ ਨਾ ਕਿ ਬੱਚੇ ਨੇ ਜੀ ਕਹਿੰਦੇ ਜੀ ਉਹਨੇ ਮੈਨੇਜਮੈਂਟ ਦਾ ਕੋਰਸ ਕੀਤਾ ਹੋਇਆ ਹੈ। ਮੈਨੂੰ ਤਾਂ ਇੱਦਾਂ ਲੱਗਦਾ ਵੀ ਹਰ ਬਾਬੇ ਨੇ ਕੀਤਾ ਹੋਇਆ ਹੈ। ਇੱਥੇ ਛਤਰਪੁਰ ਵੱਲ ਉਹ ਜਿਹੜੇ ਗੁਰੂ ਜੀ ਨੇ, ਪੁੱਛੋ ਵੀ ਉਹ ਜਦੋਂ ਜਿਉਂਦਾ ਸੀ ਉਦੋਂ ਕੀ ਸੀ? ਕੁਛ ਵੀ ਨਹੀਂ ਸੀ। ਜਦੋਂ ਦਾ ਉੱਥੇ ਟਰਸਟ ਬਣ ਗਿਆ ਉਹ ਮੈਨੇਜਮੈਂਟ ਆ ਗਈ ਹੈ, ਐਡ ਵੀ ਆ ਗਈ ਤੇ ਵਿੱਚ ਉਹ ਦੂਜੇ ਵੀ ਆ ਗਏ ਤੇ ਤੀਜੇ ਵੀ ਆ ਗਏ ਤੇ ਚੌਥੇ ਵੀ ਆ ਗਏ। ਤੁਹਾਨੂੰ ਪਤਾ ਉਹਨਾਂ ਨੇ ਇੱਕ ਤੋਂ ਇੱਕ ਪੜ੍ਹਿਆ ਲਿਖਿਆ ਬੰਦਾ ਹਾਇਰ ਕੀਤਾ ਹੋਇਆ ਹੈ। ਕਿ ਧਰਮ ਇੱਦਾਂ ਚੱਲਦੇ ਨੇ? ਧਰਮ ਕਿਸੇ ਮੈਨੇਜਮੈਂਟ ਦਾ ਨਾਮ ਹੈ? ਇਹਦਾ ਤੇ ਦਿੱਲੀ ਕਮੇਟੀ ਵੀ ਕਵੇ ਵੀ ਅਸੀਂ ਵੀ ਕਰਾਮਾਤੀ ਹਾਂ ਜੀ। ਮੈਨੇਜਮੈਂਟ ਦਾ ਮਤਲਬ ਹੁੰਦਾ ਹੈ ਕਿ ਫੰਡ, ਪੈਸਾ ਆਇਆ ਕਿੱਥੋਂ ਹੈ, ਪੈਸਾ ਖਰਚਣਾ ਕਿੱਥੇ ਹੈ, ਉੱਥੇ ਸਹੂਲਤਾਂ ਕਿਵੇਂ ਪੈਦਾ ਕਰਨੀਆਂ ਨੇ। ਮੈਨੇਜਮੈਂਟ ਦਾ ਕੰਮ ਇੰਨਾ ਹੀ ਹੁੰਦਾ ਹੈ। ਅਜਮਤ ਜਿਹੜੀ ਹੁੰਦੀ ਉਹ ਪੀਰਾਂ ਫਕੀਰਾਂ ਗੁਰੂਆਂ ਦੀ ਹੁੰਦੀ, ਅਵਤਾਰਾਂ ਦੀ ਹੁੰਦੀ, ਰਿਸ਼ੀਆਂ ਮੁਨੀਆਂ ਦੀ ਹੁੰਦੀ ਹੈ। ਇਹ ਮੈਨੇਜਮੈਂਟ ਦਾ ਪਾਰਟ ਨਹੀਂ ਹੁੰਦਾ। ਹੁਣ ਆਪਾਂ ਗੁਰਦੁਆਰੇ ਬੰਗਲਾ ਸਾਹਿਬ ਆਉਂਦੇ, ਆਪਾਂ ਕਹਿੰਦੇ ਜੀ ਮੈਨੇਜਮੈਂਟ ਬੜੀ ਵਧੀਆ ਹੈ, ਪਰ ਵਡਿਆਈ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਹੈ। ਇਹਦਾ ਮਤਲਬ ਇਹ ਤਾਂ ਨਾ ਵੀ ਪਾਣੀ ਪੀਣ ਵਾਲਾ ਬੜਾ ਵਧੀਆ ਜੀ, ਪੈਰ ਧੋਣ ਲਈ ਫੈਸਿਲਿਟੀ ਬੜੀ ਵਧੀਆ ਜੀ, ਜੋੜੇ ਰੱਖਣ ਲਈ ਰੈਕ ਬੜੇ ਵਧੀਆ ਜੀ। ਰੈਕਾਂ ਨੂੰ ਬੰਗਲਾ ਸਾਹਿਬ ਨਹੀਂ ਕਹਿੰਦੇ। ਬੰਗਲਾ ਸਾਹਿਬ ਦੇ ਵਿੱਚ ਇੱਕ ਪਾਰਟ ਹੈ ਜਿੱਥੇ ਰੈਕ ਰੱਖੇ ਹੋਏ ਨੇ, ਇੱਕ ਹੈ ਜਿੱਥੇ ਪਾਣੀ ਪੀਣ ਦੀ ਛਬੀਲ ਲੱਗੀ ਹੋਈ ਹੈ।
ਇਹ ਗੱਲਾਂ ਸਾਨੂੰ ਸਮਝਣ ਦੀ ਲੋੜ ਹੈ। ਹੁਣ ਇਹ ਜਿਹੜਾ ਭਰਥਰੀ ਹੈ ਕਹਿਣ ਲੱਗਾ ਜੀ ਮੈਂ ਸਾਧਿਓ ਹਠ ਜੋਗ ਮਹਾਨਾ, ਜਾਂ ਤੇ ਮਨ ਰੋਕਿਓ ਬਿਦ ਨਾਨਾ। ਕਹਿਣ ਲੱਗਾ ਜੀ ਮੈਂ ਬੜੇ ਹਠ ਜੋਗ ਕੀਤੇ ਨੇ, ਬੜੇ ਔਖੇ ਤਰੀਕੇ ਨਾਲ ਆਪਣੇ ਮਨ ਨੂੰ ਰੋਕਿਆ। ਜਿਸ ਘਰ ਵਿੱਚ ਤੁਸੀਂ ਬੈਠੇ ਹੋ, ਸਤਿਗੁਰੂ ਕਹਿੰਦੇ ਮਨ ਰੋਕਣ ਲਈ ਬਹੁਤੇ ਯਤਨ ਕਰਨ ਦੀ ਲੋੜ ਨਹੀਂ ਹੈ। ਅਸਲ ਵਿੱਚ ਮਨ ਤੁਸੀਂ ਖੁਦ ਖੰਡਾਇਆ ਹੋਇਆ ਹੈ, ਮਨ ਕਿਤੇ ਗਿਆ ਹੀ ਨਹੀਂ ਸੀ। ਇਹ ਗੱਲਾਂ ਤੁਸੀਂ ਮੈਨੂੰ ਕਹੋਗੇ, ਮੈਂ ਤੁਹਾਨੂੰ ਕਵਾਂਗਾ। ਇੱਕ ਆਦਮੀ ਕਹਿੰਦਾ ਜੀ ਮੈਂ ਬੜਾ ਦੁਖੀ ਹਾਂ, ਤਾਂ ਆਪਾਂ ਕਹਿੰਦੇ ਭਰਾ ਜੀ ਹਰ ਜਗ੍ਹਾ ਤੇ ਲੱਤਾਂ ਕਿਉਂ ਫਸਾਈਆਂ ਹੋਈਆਂ ਤੁਸੀਂ ਆਪਣੀਆਂ? ਤੁਸੀਂ ਕਈ ਬੰਦਿਆਂ ਦਾ ਵਿਜ਼ਿਟਿੰਗ ਕਾਰਡ ਚੁੱਕੇ ਹੋ, ਮਤਲਬ ਵਿਜ਼ਿਟਿੰਗ ਕਾਰਡ ਦੇ ਵੀ 4 ਪੇਜ ਹੁੰਦੇ ਨੇ। ਮਤਲਬ ਸ਼ਮਸ਼ਾਨ ਭੂਮੀ ਦਾ ਵੀ ਉਹ ਮੈਂਬਰ ਹੈ, ਉਹ ਮਾਰਕੀਟ ਦਾ ਵੀ ਮੈਂਬਰ ਹੈ, ਉਹ ਆਪਣੀ ਕਲੋਨੀ ਦੀ ਐਸੋਸੀਏਸ਼ਨ ਦਾ ਵੀ ਮੈਂਬਰ ਹੈ, ਉਹ ਅਮਕੇ ਮੰਦਿਰ ਦਾ ਵੀ ਵਾਈਸ ਚੇਅਰਮੈਨ ਹੈ, ਅਮਕੇ ਗੁਰਦੁਆਰੇ ਦਾ ਵੀ ਵਾਈਸ ਚੇਅਰਮੈਨ ਹੈ। ਮਤਲਬ 75 ਉਹਦੇ ਡੈਜਿਗਨੇਸ਼ਨ ਨੇ। ਪੁੱਛੋ ਵੀ ਇੰਨੇ ਕੰਮ ਤੂੰ ਕਰ ਸਕਦਾ? ਕੋਈ ਹੈ ਦੁਨੀਆ ਵਿੱਚ ਜਿਹੜਾ ਬੰਦਾ ਮਲਟੀ ਫੰਕਸ਼ਨ ਕਰ ਸਕਦਾ ਹੋਵੇ? ਅਸੀਂ ਆਪ ਆਪਣੇ ਮਨ ਨੂੰ ਖੰਡਾਇਆ ਹੋਇਆ ਹੈ, ਅਸੀਂ ਆਪ ਉਲਝੇ ਹੋਏ ਆ। ਸਾਨੂੰ ਰੱਬ ਨੇ ਨਹੀਂ ਉਲਝਾਇਆ, ਅਸੀਂ ਤਾਣੀਆਂ ਆਪ ਉਲਝਾਈਆਂ ਹੋਈਆਂ ਨੇ। ਬੜੇ ਸਮੇਂ ਦੀ ਗੱਲ ਹੈ, ਅੱਜ ਤੋਂ ਮੇਰਾ ਖਿਆਲ 15-20 ਸਾਲ ਪੁਰਾਣੀ ਗੱਲ ਹੋਣੀ। ਇੱਥੇ ਕਨਾਟ ਪਲੇਸ ਮੇਰੇ ਮਿੱਤਰ ਨੇ, ਮੈਂ ਉੱਥੇ ਬੈਠਾ। ਅੱਜ ਤੇ ਉਹਨਾਂ ਤੇ ਬੜੀ ਕਿਰਪਾ ਹੈ ਵਾਹਿਗੁਰੂ ਦੀ। ਉਦੋਂ ਸਾਰੇ ਭਰਾ ਇੱਥੇ ਦੁਕਾਨਾਂ ਤੇ ਹੀ ਬੈਠਦੇ ਹੁੰਦੇ ਸੀ, ਵੱਖਰੀਆਂ ਵੱਖਰੀਆਂ। ਇੱਕ ਬੜੇ ਗੋਰੇ ਚਿੱਟੇ ਸੇਠ, ਉਹ ਕਹਿੰਦਾ ਜੀ ਮੇਰੇ ਦਿੱਲੀ 'ਚ 15-20 ਪੈਟਰੋਲ ਪੰਪ ਸੀ, ਮੈਂ ਸਾਰੇ ਵੇਚਤੇ। नहीं मैं आराम से बैठना चाहता हूं। वो हिंदी बोलता सी। ये गल्लां सानू समझण दी लोड़ है। असी आप अपने खिलारे वधाई जाने आ। सतगुरु रोज कहते ने, रही गल तेरी रोटी दी, कपड़े दी, मकान दी, जिस घर विच तुसी बैठे हो इत्थे तुहानू कोई नहीं कहता कपड़े नहीं पाने। मैं तो रोज़ बेनती करदा भी मेरी भैनों सकल्टां वर्गे कपड़े ना पाओ। ये गोरियां दे कपड़े ने, चर्च वालियां दे कपड़े ने, ये गुरुद्वारे दे कपड़े नहीं। साडे विच मैं तो रोज़ कहना भी साडे वर्त है ही नहीं। साडे विच की है, नानक सतगुर भेटे हैं, पूरी होवे जुगत, हसंदियां खिलंदियां, हसदियां खेडदियां, पहनंदियां खुवंदियां, विच होवे मुकत। ना हसना खेडना मना है, ना कपड़े पाउणा मना है, ना रोटी खानी मना है। सतगुरु की बाणी च लिखिया, घर मंदिर हट नाले सो है, जामै नाम नवासी राम। सतगुरु कहते तुहाडे घर तुहाडियां महल माड़ियां मुबारक ने जे तुसी उन्हां विच बह के पाठ करदे हो। तां अज पता करो किसी दे घर विच कोई ऐसी थां बनी है जिथे घर दे बह के पाठ करदे होण? ना ना। कहते ज्ञानी जी वेखो थिएटर बनाया है, तो थिएटर च की है, बीबियां फिल्म वालियां भी नची जांदियां ते घर वालियां भी नची जांदियां ने। तो फिर कहते घर च सुख शांति है नहीं, कढ़ लो थिएटर चो, कढ़ो ना बाहर जे निकलती है। तो जिस गुरु के दर ते आए हो, गुरु ने बाणी च लिखिया है, घर मंदिर हट नाले सो है, जामै नाम नवासी राम। ये गुरबाणी दी पंक्तियां लिख के लै जाओ घर अपने,
ਤੇ ਕੱਲ ਤੋਂ ਆਪਣੇ ਘਰ ਬੈਠ ਕੇ ਪਾਠ ਕਰਿਓ ਤੇ ਫਿਰ ਦੱਸਿਓ ਵੀ ਤੁਹਾਡੇ ਘਰ 'ਚ ਕਿਹੜੀ ਦੁੱਖ ਤਕਲੀਫ ਹੈ ਜੀ। ਜਦੋਂ ਬਾਣੀ ਨਹੀਂ ਪੜ੍ਹਨੀ, ਪਾਠ ਨਹੀਂ ਕਰਨਾ, ਰੱਬ ਨੇ ਤੁਹਾਨੂੰ ਸੋਫੇ ਦਿੱਤੇ, ਬੈੱਡ ਦਿੱਤੇ, ਘਰ ਦਿੱਤਾ, ਭਾਂਡੇ ਦਿੱਤੇ, ਗੈਸਾਂ ਦਿੱਤੀਆਂ, ਗੀਜ਼ਰ ਦਿੱਤੇ, ਏਸੀ ਦਿੱਤੇ, ਫਰਿੱਜਾਂ ਦਿੱਤੀਆਂ, ਕਾਹਦੇ ਲਈ ਦਿੱਤੀਆਂ? ਵੀ ਖਾ ਪੀ ਕੇ ਤੇ ਮੁੜ ਕੇ ਨੱਚਣਾ ਸ਼ੁਰੂ ਕਰ ਦਿਓ, ਵੜ ਜਾਓ ਭੂਤ ਪ੍ਰੇਤ ਵਾਲ ਖੋਲ ਕੇ। ਤੇ ਫਿਰ ਕਿਸੇ ਦਾ ਕੀ ਕਸੂਰ ਹੈ ਭਾਈ? ਕਿਸੇ ਦਾ ਕੋਈ ਕਸੂਰ ਨਹੀਂ ਹੈ। ਅਸੀਂ ਮਨ ਆਪਣਾ ਆਪ ਖੰਡਾਇਆ, ਅਸੀਂ ਖਿਲਾਰੇ ਆਪਣੇ ਆਪ ਬਣਾਏ ਨੇ, ਅਸੀਂ ਆਪਣੀਆਂ ਲੱਤਾਂ ਖੁਦ ਪਸਾਰੀਆਂ ਹੋਈਆਂ ਨੇ ਵੀ ਕੋਈ ਜਥੇਬੰਦੀ ਛੱਡਣੀ ਨਹੀਂ। ਰਾਜਨੀਤਿਕ ਜਥੇਬੰਦੀ ਕਹਿੰਦਾ ਜੀ ਉਹਦਾ ਵੀ ਮੈਂ ਮੈਂਬਰ ਹਾਂ, ਧਾਰਮਿਕ ਜਥੇਬੰਦੀ ਕਹਿੰਦਾ ਜੀ ਮੈਂ ਉਹਦਾ ਵੀ ਮੈਂਬਰ ਹਾਂ, ਸ਼ਮਸ਼ਾਨ ਭੂਮੀ ਕਹਿੰਦਾ ਜੀ ਮੈਂ ਉਹਦਾ ਵੀ ਮੈਂਬਰ ਹਾਂ। ਵੀ ਕੋਈ ਘਰ ਤੇ ਛੱਡ ਦੇ, ਤੂੰ ਤੇ ਮੜੀਆਂ ਛੱਡਣ ਲਈ ਤਿਆਰ ਨਹੀਂ ਹੈਗਾ, ਉਹਦਾ ਵੀ ਪ੍ਰਧਾਨ ਬਣਨ ਲਈ ਤਿਆਰ ਬੈਠਾ ਤੂੰ। ਭਰਥਰੀ ਕੀ ਕਹਿੰਦਾ? ਕਹਿੰਦਾ ਜੀ ਮੈਂ ਬੜੇ ਹੱਠ ਜੋਗ ਕੀਤੇ ਨੇ। ਤੇ ਹੱਠ ਜੋਗ ਕਰਕੇ ਕੀਤਾ ਕੀ ਹੈ? ਕਹਿਣ ਲੱਗਾ ਜੀ ਮਨ ਰੋਕਿਆ ਆਪਣਾ ਮੈਂ। ਹਾਂਜੀ, ਮਨ ਨਿਰਮਲ ਤੇ ਸ਼ੁਭਗਤ ਹੋਵੈ, ਜਨਮ ਮਰਨ ਕੇ ਸੰਕਟ ਖੋਵੈ। ਕਿਉਂਕਿ ਜੇ ਮਨ ਨਿਰਮਲ ਹੋਵੇ ਤੇ ਮੁਕਤੀ ਹੁੰਦੀ ਹੈ, ਮਨ ਨਿਰਮਲ ਹੋਵੇ ਤੇ ਉੱਚੀ ਪਰਮ ਅਵਸਥਾ ਮਿਲਦੀ ਹੈ। ਤੇ ਜਨਮ ਮਰਨ ਕੇ ਸੰਕਟ ਖੋਵੈ, ਇਹਦੇ ਨਾਲ ਕੀ ਹੁੰਦਾ ਹੈ? ਜਨਮ ਦੇ ਮਰਨ ਦੇ ਜਿਹੜੇ ਸੰਕਟ ਨੇ, ਦੁੱਖ ਨੇ, ਇਹ ਖਤਮ ਹੁੰਦੇ ਨੇ। ਹਾਂਜੀ, ਜਬ ਲਹੁ ਮਨ ਇਹੋ ਰਹਿ ਮਲੀਨਾ, ਤਬ ਲਹੁ ਹੋਏ ਨਾ ਬੰਧਨ ਹੀਨਾ। ਇਹ ਭਰਥਰੀ ਆਪਣੀ ਗੱਲ ਕਰ ਰਿਹਾ ਹੈ। ਕਹਿਣ ਲੱਗਾ ਜੀ ਜਿੰਨਾ ਚਿਰ ਮਨ ਮੈਲਾ ਰਹਿੰਦਾ ਹੈ, ਬੰਧਨ ਛੁੱਟਦੇ ਨਹੀਂ, ਆਵਾਗਮਨ ਮੁੱਕਦਾ ਨਹੀਂ। ਦੁਨੀਆ ਦੇ ਦੁੱਖ ਕਲੇਸ਼ ਜਿਹੜੇ ਨੇ ਉਹ ਜੀਵਨ ਦੇ ਵਿੱਚ ਭਰੇ ਰਹਿੰਦੇ ਨੇ, ਬਣੇ ਰਹਿੰਦੇ ਨੇ। ਹਾਂਜੀ, ਭਗਤ ਵਿਖੈ ਨਿਰਮਲ ਮਨ ਕੈਸੇ, ਹੋਵਤ ਹੈ ਸੋ ਕਹੋ ਬਿਦ ਤੈਸੇ। ਭਗਤ ਵਿਖੈ ਨਿਰਮਲ ਮਨ ਕੈਸੇ, ਹੋਵਤ ਹੈ ਸੋ ਕਹੋ ਬਿਦ ਤੈਸੇ। ਉਹਨੇ ਭਰਥਰੀ ਨੇ ਆਪਣੀ ਗੱਲ ਕਹੀ। ਕਹਿਣ ਲੱਗਾ ਜੀ ਮੈਂ ਹੱਠ ਜੋ ਕੀਤਾ, ਮੈਂ ਆਪਣਾ ਮਨ ਰੋਕ ਲਿਆ। ਮਨ ਰੋਕਣ ਨਾਲ ਕਲੇਸ਼ ਮੁੱਕ ਗਏ ਨੇ, ਜਨਮ ਮਰਨ ਮੁੱਕ ਜਾਏਗਾ। ਤੇ ਇਹ ਦੱਸੋ ਵੀ ਤੁਹਾਡੇ ਮਾਰਗ ਤੇ ਕਿਵੇਂ ਹੈ? ਨਾਰਦ ਜੀ ਕਹਿੰਦੇ ਸੀ ਵੀ ਤੁਸੀਂ ਭਗਤੀ ਦਾ ਮਾਰਗ ਦ੍ਰਿੜ ਕਰਾਓਗੇ, ਤੇ ਤੁਹਾਡੇ ਕੋਲ ਜਿਹੜਾ ਭਗਤੀ ਦਾ ਮਾਰਗ ਹੈ ਉਹਦੇ ਵਿੱਚ ਕੋਈ ਤਰੀਕਾ ਹੈ ਕਿ ਜਿਹਦੇ ਨਾਲ ਮਨ ਜਿਹੜਾ ਹੈ ਉਹ ਨਿਰਮਲ ਹੋ ਸਕੇ, ਪਵਿੱਤਰ ਹੋ ਸਕੇ? ਹਾਂਜੀ, ਬਿਨਾ ਜੋਗ ਅਸਮੰਜਸ ਗਾਥਾ, ਥਿਰਤਾ ਹਵੈ ਪ੍ਰਾਪਤ ਮਨ ਸਾਥਾ। ਮੈਨੂੰ ਇੰਜ ਲੱਗਦਾ ਹੈ ਕਿ ਜਿਹੜਾ ਗੁਰੂ ਗੋਰਖ ਦਾ ਰਸਤਾ ਹੈ, ਜੋਗ ਤੋਂ ਬਿਨਾ ਇਹ ਗੱਲ ਅਸਮੰਜਸ ਹੈ। ਇਹ ਗਾਥਾ, ਇਹ ਗੱਲ, ਇਹ ਬੜੀ ਕਠਿਨ ਹੈ, ਨਾਮੁਮਕਿਨ ਹੈ। ਜਿਹਨੂੰ ਆਪਾਂ ਅੱਜ ਕਹਿ ਸਕਦੇ ਵੀ ਇਹ ਤਾਂ ਪੋਸੀਬਲ ਹੀ ਨਹੀਂ ਹੈਗਾ, ਇਹ ਤੇ ਹੋ ਹੀ ਨਹੀਂ ਸਕਦਾ ਜੀ, ਸੰਭਵ ਹੀ ਨਹੀਂ ਹੈ। ਥਿਰਤਾ ਹਵੈ ਪ੍ਰਾਪਤ ਮਨ ਸਾਥਾ। ਜਿੰਨਾ ਚਿਰ ਮਨ ਰੁਕੇਗਾ ਨਹੀਂ, ਜਿੰਨਾ ਚਿਰ ਸਥਿਰਤਾ ਮਨ ਨੂੰ ਨਹੀਂ ਮਿਲੇਗੀ, ਉਹਨਾਂ ਚਿਰ ਆਵਾਗਮਨ, ਇਹ ਭਟਕਣਾ, ਇਹ ਦੁੱਖ, ਇਹ ਮਿਟ ਹੀ ਨਹੀਂ ਸਕਦੇ। ਤੇ ਇਹਨਾਂ ਨੂੰ ਮਿਟਾਉਣ ਵਾਸਤੇ ਕਹਿਣ ਲੱਗਾ ਜੀ ਮੈਂ ਹੱਠ ਜੋਗ ਨੂੰ ਧਾਰਨ ਕੀਤਾ। ਤੁਸੀਂ ਦੱਸੋ ਤੁਹਾਡਾ ਭਗਤ ਜੋ ਕੀ ਕਹਿੰਦਾ? ਇਕ ਸੰਸਹਿ ਮੁਝ ਅਸ ਪਰਕਾਰੀ, ਦੂਸਰ ਕਹੋ ਤੁਮਾਰ ਅਗਾਰੀ। ਇੱਕ ਸੰਸਾ ਮੇਰੇ ਮਨ ਵਿੱਚ ਹੋਰ ਹੈ। ਇਹ ਤੇ ਉਹਨੇ ਗੱਲ ਕੀਤੀ ਨਾ ਆਪਣੀ ਕਿ ਮੈਂ ਜੋਗੀ ਹਾਂ, ਮੈਂ ਹੱਠ ਜੋਗ ਕੀਤੇ ਨੇ, ਮੈਂ ਆਪਣਾ ਮਨ ਵਸ ਵਿੱਚ ਕੀਤਾ ਹੈ। ਮਨ ਵਸ ਵਿੱਚ ਕਰਨ ਨਾਲ ਜਨਮ ਮਰਨ ਦੇ ਗੇੜ ਮੁੱਕਦੇ ਨੇ। ਇਹ ਉਹਨੇ ਆਪਣਾ ਪੱਖ ਦੱਸਿਆ ਵੀ ਇਹ ਮੇਰੀ ਪ੍ਰਾਪਤੀ ਹੈ, ਜਾਂ ਇਹ ਇੱਥੋਂ ਤੱਕ ਮੈਂ ਪਹੁੰਚਿਆ। ਅੱਗੇ ਕਹਿੰਦਾ ਜੀ ਇੱਕ ਮੇਰੇ ਮਨ ਵਿੱਚ ਸੰਸਾ ਹੈ,
ਇਹ ਤੋਂ ਨੇ ਆਪਣਾ ਪੱਖ ਦੱਸਿਆ ਨਾ ਵੀ ਤੁਸੀਂ ਕਿੱਥੇ ਪਹੁੰਚੇ, ਮੈਂ ਤੇ ਇੱਥੇ ਪਹੁੰਚ ਗਿਆ, ਮੈਂ ਤੇ ਮਨ ਕੰਟਰੋਲ ਕਰ ਲਿਆ। ਹੁਣ ਕਹਿੰਦਾ ਜੀ ਮੇਰੇ ਮਨ ਵਿੱਚ ਇੱਕ ਸੰਸਾ ਵੀ ਹੈ। ਹਾਂਜੀ, ਪੀ ਪਿਆਲਾ ਸਿਧ ਹੋਏ ਮਸਤਾਨੇ, ਰਹੇ ਅਨਾਹਦ ਧੁਨ ਗਲਤਾਨੇ। ਕਹਿਣ ਲੱਗਾ ਜੀ ਜਿਹੜੇ ਜੋਗੀ ਲੋਕ ਨੇ ਇਹ ਪਿਆਲਾ ਪੀਂਦੇ ਨੇ ਤੇ ਮਸਤ ਰਹਿੰਦੇ ਨੇ। ਰਹੇ ਅਨਾਹਦ ਧੁਨ ਗਲਤਾਨੇ, ਤੇ ਇਹਨਾਂ ਦੇ ਅੰਦਰ ਅਨਾਹਦ ਨਾਦ ਜਿਹੜਾ ਹੈ ਉਹ ਵੱਜਦਾ ਰਹਿੰਦਾ ਹੈ। ਅਨਹਦ ਧੁਨੀ ਜਿਹੜੀ ਹੈ ਉਹ ਚੱਲਦੀ ਰਹਿੰਦੀ ਹੈ। ਸ਼ਰਾਬ ਪੀ ਲੈਂਦੇ ਨੇ, ਆਪ ਜੀ ਨੂੰ ਪਤਾ ਜੋਗੀ ਸ਼ਰਾਬ ਬਹੁਤ ਪੀਂਦੇ ਨੇ। ਹੋ ਸਕਦਾ ਤੁਸੀਂ ਕਹੋ ਜੀ ਸਾਨੂੰ ਤੇ ਵੀ ਨਹੀਂ ਪਤਾ। ਸ਼ਾਇਦ ਸਾਡੇ ਚੋਂ ਬਹੁਤਿਆਂ ਨੂੰ ਇਹ ਵੀ ਨਾ ਪਤਾ ਹੋਵੇ ਵੀ ਜੋਗੀ, ਅਸਲ ਜੋਗੀ ਕਿਹੜੇ ਹੁੰਦੇ ਨੇ। ਅਸੀਂ ਜੋਗੀ ਵੇਖੇ ਨੇ ਸੱਪ ਵਾਲੇ, ਉਹਦੇ ਪਿੰਡਾਂ 'ਚ ਸ਼ਹਿਰਾਂ 'ਚ ਤੁਰੇ ਫਿਰਦੇ ਸੱਪ ਲੈ ਕੇ। ਜਿਹੜੇ ਜੋਗੀਆਂ ਦੀ ਕਥਾ ਆਪਾਂ ਸੁਣ ਰਹੇ ਹਾਂ, ਇਹ ਜੋਗੀ ਉਹ ਲੋਕ ਨੇ, ਸਿੱਧ ਲੋਕ ਨੇ, ਜਿਨ੍ਹਾਂ ਨੇ ਬੜੀਆਂ ਬੜੀਆਂ ਵੱਡੀਆਂ ਯੋਗ ਸਾਧਨਾ ਕੀਤੀਆਂ, ਸੈਂਕੜੇ ਸਾਲ ਆਪਣੀਆਂ ਉਮਰਾਂ ਵੱਡੀਆਂ ਕੀਤੀਆਂ, ਜਿਹੜੇ ਪਹਾੜਾਂ ਵਿੱਚ ਜਾ ਕੇ ਬਹਿ ਗਏ, ਜਿਨ੍ਹਾਂ ਦੇ ਕੋਲੇ ਬੜੀਆਂ ਬੜੀਆਂ ਕਰਾਮਾਤਾਂ ਸੀ, ਸ਼ਕਤੀਆਂ ਸੀ। ਅਸੀਂ ਸੱਪ ਵਾਲੇ ਜੋਗੀ ਵੇਖੇ ਨੇ, ਅਸੀਂ ਕੰਨਾਂ ਵਿੱਚ ਮੁੰਦਰਾਂ ਵਾਲੇ ਜੋਗੀ ਵੇਖੇ ਨੇ, ਅਸੀਂ ਆਪਣੇ ਘਰਾਂ ਵਿੱਚ ਆਟਾ ਮੰਗਣ ਵਾਲੇ ਜੋਗੀ ਵੇਖੇ ਨੇ। ਇਹ ਆਟਾ ਮੰਗਣ ਵਾਲੇ ਜੋਗੀ ਨਹੀਂ, ਇਹ ਉਹ ਜੋਗੀ ਸੀ ਜਿਨ੍ਹਾਂ ਨੇ ਇਹ ਦਾਅਵਾ ਕੀਤਾ ਵੀ ਸਾਡੇ ਕੋਲ ਤੇ ਬੜੀਆਂ ਸ਼ਕਤੀਆਂ ਨੇ ਜੀ, ਬੜੇ ਪ੍ਰਾਪਤੀ ਹੈ ਸਾਡੇ ਕੋਲ। ਹਾਂਜੀ, ਵਿਖੇ ਬਾਸਨਾ ਤੇ ਬਹਿਰਾਗੀ, ਨਿਸਬਾਸਰ ਏਕੋ ਲਿਵ ਲਾਗੀ। ਵਿਖੇ ਵਾਸ਼ਨਾ ਤੇ ਬੈਰਾਗੀ, ਨਿਸਬਾਸਰ ਏਕੋ ਲਿਵ ਲਾਗੀ। ਪਿਆਲਾ ਪੀ ਲਿਆ ਤੇ ਵਿਸ਼ਿਆਂ ਤੋਂ, ਵਾਸ਼ਨਾਵਾਂ ਤੋਂ ਬੈਰਾਗੀ ਹੋ ਗਏ। ਇਹ ਤੇ ਤੁਸੀਂ ਵੇਖਿਆ ਹੀ ਹੋਣਾ ਨਾ, ਜਿਹੜਾ ਬੰਦਾ ਸ਼ਰਾਬ ਦੇ ਵਿੱਚ ਟੁੱਲ ਹੋ ਜਾਏ, ਟੱਲੀ ਹੋ ਜਾਏ, ਉਹ ਫਿਰ ਦੁਨੀਆ ਤੋਂ ਬੇਖਬਰ ਹੋ ਜਾਂਦਾ ਹੈ। ਵੇਖੋ ਥੋੜੀ ਸ਼ਰਾਬ ਪੀਤੀ ਬੰਦਾ, ਇਹਦਾ ਨਾਂ ਕੀ ਹੈ? ਸ਼ਰਾਬ ਦਾ ਪਤਾ ਨਾਂ ਕੀ ਹੈ? ਸ਼ਰ ਆਬ। ਸ਼ਰ ਕਹਿੰਦੇ ਨੇ ਸ਼ਰਾਰਤ, ਆਬ ਕਹਿੰਦੇ ਨੇ ਪਾਣੀ ਨੂੰ। ਮੈਂ ਤੁਹਾਨੂੰ ਕੋਈ ਚੁਟਕਲਾ ਨਹੀਂ ਸੁਣਾ ਰਿਹਾ। ਜਿਹੜਾ ਸ਼ਰਾਬ ਸ਼ਬਦ ਹੈ, ਜਦੋਂ ਇਹਨੂੰ ਤੁਸੀਂ ਵੱਖਰਾ ਵੱਖਰਾ ਕਰਕੇ ਪੜ੍ਹੋਗੇ ਤਾਂ ਇਹਦਾ ਅਰਥ ਹੀ ਹੈ ਕਿ ਸ਼ਰਾਰਤ ਦਾ ਪਾਣੀ ਹੈ। ਇਸੇ ਕਰਕੇ ਇਹਦਾ ਨਾਂ ਸ਼ਰਾਬ ਰੱਖਿਆ। ਜਿਹੜੇ ਨਾਂ ਰੱਖੇ ਜਾਂਦੇ ਨੇ ਨਾ, ਉਹਦੇ ਮਾਇਨੇ ਹੁੰਦੇ ਨੇ। ਅੱਜ ਵੀ ਤੁਸੀਂ ਜਿਹੜੇ ਨਵੇਂ ਨਵੇਂ ਨਾਂ ਬੱਚੇ ਰੱਖਦੇ ਨੇ, ਤੁਸੀਂ ਵੇਖਿਆ ਹੋਣਾ, ਉਹ ਗੂਗਲ ਤੋਂ ਲੱਭਣ ਜਾਂਦੇ ਨੇ, ਫਿਰ ਉਹਦੇ ਅਰਥ ਲੱਭਦੇ ਨੇ। ਅੱਜ ਕੱਲ੍ਹ ਬੜੇ ਬੱਚਿਆਂ ਦੇ ਨਾਂ ਏਕਮ ਇੱਦਾਂ ਦੇ ਰੱਖੇ ਜਾਂਦੇ ਨੇ, ਸੁਖਮਨ। ਸ਼ਾਇਦ ਪਤਾ ਨਹੀਂ ਕੱਲ੍ਹ ਮੈਂ ਕੋਈ ਹੋਰ ਹੀ ਨਵਾਂ ਪੜ੍ਹ ਰਿਹਾ ਸੀ, ਸੁਖਰਾਬ। ਹਾਲਾਂਕਿ ਸਾਡੇ ਵੇਲੇ ਨਾਂ ਨਹੀਂ ਸੀ ਹੁੰਦੇ। ਸਾਡੇ ਵੇਲੇ ਨਾਂ ਤੇ ਜਰਨੈਲਾਂ ਦੇ ਨਾਵਾਂ ਤੋਂ ਨਾਂ ਰੱਖੇ ਜਾਂਦੇ ਸੀ, ਜਾਂ ਵੱਡੇ ਰਿਸ਼ੀਆਂ ਮੁਨੀਆਂ ਦੇ ਨਾਵਾਂ ਤੋਂ ਨਾਂ ਰੱਖੇ ਜਾਂਦੇ ਸੀ। ਬੜੇ ਲੋਕ ਆਪਣਾ ਨਾਂ ਨਾਨਕ ਸਿੰਘ ਰੱਖਦੇ ਹੁੰਦੇ ਸੀ। ਨਾਨਕ ਸਿੰਘ, ਗੋਬਿੰਦ ਸਿੰਘ, ਅਰਜਨ ਸਿੰਘ, ਹਰਗੋਬਿੰਦ ਸਿੰਘ। ਇੱਥੇ ਦਿੱਲੀ 'ਚ ਬੜਾ ਵੱਡਾ ਪੁਲਿਸ ਅਫਸਰ ਹੈ ਹਰਗੋਬਿੰਦ ਸਿੰਘ ਧਾਲੀਵਾਲ। ਇਹ ਨਵੀਂ ਖੋਜ ਹੁਣ ਸ਼ੁਰੂ ਹੋਈ ਹੈ। ਪਰ ਇੱਕ ਗੱਲ ਜ਼ਰੂਰ ਹੈ ਕਿ ਉਹ ਬੱਚੇ ਕੇਵਲ ਨਾਂ ਨਹੀਂ ਰੱਖਦੇ, ਉਹ ਲੱਭਦੇ ਵੀ ਨੇ ਕਿ ਵਰਲਡ ਵਿੱਚ ਇਹਦਾ ਮੀਨਿੰਗ ਕੀ ਹੈ, ਕਿਹੜੀ ਲੈਂਗੁਏਜ ਦਾ ਇਹ ਸ਼ਬਦ ਹੈ ਤੇ ਉਹਦਾ ਅੱਗੋਂ ਅਰਥ ਕੀ ਹੈ। ਇਹ ਸ਼ਬਦ ਹੈ ਸ਼ਰਾਬ, ਸ਼ਰਾਰਤ ਦਾ ਪਾਣੀ। ਹੁਣ ਜਿਹੜਾ ਤੇ ਥੋੜੀ ਪੀਵੇ ਉਹ ਤੇ ਸ਼ਰਾਰਤ ਕਰ ਸਕਦਾ ਹੈ, ਤੇ ਜਿਹਦਾ ਸਿਰ ਮੰਜੇ ਦੀ ਪੈਂਦ ਵਿੱਚ ਫਸ ਜਾਏ ਉਹਨੇ ਵਿਚਾਰੇ ਨੇ ਕੀ ਸ਼ਰਾਰਤ ਕਰਨੀ ਹੈ। ਜਿਹਦਾ ਸਿਰ ਰਾਤ ਨੂੰ ਗਲੀ ਦੀ ਨਾਲੀ 'ਚ ਫਸਿਆ ਹੋਵੇ ਉਹਨੇ ਕੀ ਸ਼ਰਾਰਤ ਕਰਨੀ ਹੈ ਜੀ। ਜਿਹੜਾ ਸਮੇਤ ਕਾਰ ਰਾਤ ਨੂੰ ਖੱਡੇ 'ਚ ਡਿੱਗ ਪਏ ਟੱਬਰ ਨੂੰ ਲੈ ਕੇ ਸ਼ਰਾਬ ਪੀਂਦਾ, ਉਹਨੇ ਕੀ ਸ਼ਰਾਰਤ ਕਰਨੀ ਹੈ। ਇਹੀ ਹਾਲਤ ਜੋਗੀਆਂ ਦੀ ਸੀ।
ਜੋਗੀ ਭਰਤਰੀ ਕਹਿੰਦਾ ਜੀ ਅਸੀਂ ਪਿਆਲਾ ਪੀਨੇ ਆ ਤੇ ਵਿਸ਼ੇ ਵਿਕਾਰਾਂ ਤੋਂ ਬੈਰਾਗੀ ਹੋ ਜਾਂਦੇ। ਬੈਰਾਗੀ ਤਾਂ ਆਪੇ ਹੋ ਜਾਣਾ ਜਦੋਂ ਟੁੱਲ ਹੋ ਗਿਆ, ਟੱਲੀ ਹੋ ਗਿਆ, ਤੇ ਬਾਕੀ ਕੀ ਬਚਿਆ। ਹੁਣ ਜੇ ਤੇ ਰਹਿਣੋ ਸਮਾਜ ਵਿੱਚ ਤੇ ਖਰਾਬੀ ਕਰਨ, ਤੇ ਰਹਿਣਾ ਉਹਨਾਂ ਨੇ ਇਕੱਲਿਆਂ। ਕੋਈ ਪਹਾੜ ਦੇ ਉੱਤੇ ਬੈਠਾ, ਕੋਈ ਪਹਾੜ ਦੇ ਵਿੱਚ ਬੈਠਾ। ਸ਼ਰਾਬੀ ਆਦਮੀ ਵੀ ਅਗਰ ਕੋਈ 10 ਏਕੜ ਦਾ ਖਾਲੀ ਪਲਾਟ ਹੋਵੇ, ਉੱਥੇ ਸੁੱਟ ਆਓ ਤੇ ਕੀ ਕਰੇਗਾ? ਕੁਝ ਵੀ ਨਹੀਂ ਕਰੇਗਾ। ਪਰ ਬਾਜ਼ਾਰ 'ਚ ਲੈ ਆਓ ਤੇ ਬੜੀ ਖਰਾਬੀ ਕਰੇਗਾ, ਸਾਰੀ ਭੀੜ ਇਕੱਠੀ ਕਰ ਲੇਗਾ। ਭਰਤਰੀ ਨੇ ਕਿਹਾ ਵੀ ਅਸੀਂ ਜੋਗੀ ਲੋਕ ਪਿਆਲਾ ਪੀਨੇ ਆ, ਸਾਡੇ ਵਿੱਚ ਅਨਹਦ ਧੁਨੀ ਚੱਲਦੀ ਹੈ, ਅਸੀਂ ਵਿਸ਼ੇ ਵਾਸ਼ਨਾ ਤੋਂ ਬੈਰਾਗੀ ਹੋ ਜਾਂਦੇ ਆ। ਨਿਸ ਬਾਸਰ ਏਕੋ ਲਿਵ ਲਾਗੀ, ਦਿਨ ਰਾਤ ਇੱਕੋ ਹੀ ਲਿਵ ਜਿਹੜੀ ਹੈ, ਕਹਿੰਦਾ ਜੀ ਉਹ ਰੱਬ ਦੀ ਲੱਗੀ ਰਹਿੰਦੀ ਹੈ। ਹੁਣ ਇਹ ਦੱਸੋ, ਇੱਕ ਨਵਾਂ ਹੀ ਪਾਠ ਹੈ ਕਿ ਸ਼ਰਾਬ ਪੀ ਕੇ ਲਿਵ ਲੱਗਦੀ ਹੈ। ਮੈਂ ਤੁਹਾਨੂੰ ਹੋਰ ਸੱਚ ਦੱਸਾਂ, ਮੇਰਾ ਇੱਕ ਦੋਸਤ, ਅਸੀਂ ਸਕੂਲ 'ਚ ਇਕੱਠੇ ਪੜ੍ਹਦੇ ਸੀ। ਉਹਦਾ ਵਿਆਹ ਹੋਇਆ ਜਲਾਲਾਬਾਦ ਦੇ ਇਲਾਕੇ ਵਿੱਚ। ਅਜੇ ਉਹਦਾ ਵਿਆਹ ਹੋਣਾ ਸੀ, ਅੰਗੇਜਮੈਂਟ ਹੋਈ ਹੈ, ਤੇ ਉਹਨਾਂ ਦੇ ਘਰ ਵਿੱਚ ਅਖੰਡ ਪਾਠ ਸੀ। ਉਹਨਾਂ ਨੇ ਬੁਲਾਇਆ ਤਾਂ ਲੜਕਾ ਤੇ ਜਾ ਨਹੀਂ ਸੀ ਸਕਦਾ, ਕਿਉਂਕਿ ਹੁਣ ਦਿੱਲੀ ਵਰਗਾ ਤੇ ਮਾਹੌਲ ਹੈ ਨਹੀਂ। ਅੱਜ ਕੱਲ੍ਹ ਤੇ ਵਿਆਹ ਤੋਂ ਪਹਿਲਾਂ ਹੀ ਮੁੰਡਾ ਤੁਰਿਆ ਫਿਰਦਾ, ਕੁੜੀ ਵੀ ਤੁਰੀ ਫਿਰਦੀ, ਪਾਣੀ ਕਿੰਨੇ ਵਾਰਨਾ। ਉਹ ਜਿਹੜੇ ਸਗਨ ਕਰਦੀਆਂ ਸੀ ਸੱਸਾਂ, ਉਹ ਤੇ ਬੇਮਾਇਨਾ ਨੇ। ਮੈਂ ਤਾਂ ਸਮਝਦਾ ਸਿਰਫ ਉਹ ਇੱਕ ਫਿਲਮ ਬਣਾਉਣ ਵਾਸਤੇ ਕੀਤਾ ਜਾਂਦਾ ਹੈ, ਕਿਉਂਕਿ ਉਹ ਬੂਹਾ ਤੇ ਨਹੁੰ ਜਿਹੜੀ ਉਹ 50 ਵਾਰੀ ਟੱਪ ਚੁੱਕੀ ਹੁੰਦੀ ਹੈ। ਅਸੀਂ ਉਹਨਾਂ ਰਿਸ਼ਤਿਆਂ ਦੀ, ਉਸ ਆਪਣੇ ਕਲਚਰ ਦੀ ਜਿਹੜੀ ਖੂਬਸੂਰਤੀ ਹੈ ਉਹ ਖਤਮ ਕਰ ਦਿੱਤੀ। ਕਿੰਨਾ ਲੋਕਾਂ ਨੂੰ ਚਾਹ ਹੁੰਦਾ ਸੀ ਬਹੂ ਦਾ ਮੂੰਹ ਵੇਖਣਾ, ਹੁਣ ਕਿਸੇ ਨੇ ਕਾਹਦਾ ਵੇਖਣਾ। ਰੀਝ ਹੁੰਦੀ ਸੀ ਲੋਕਾਂ ਨੂੰ। ਲੋਕਾਂ ਨੇ ਇਹ ਰਸਮਾਂ ਜੀਆਂ ਬਣਾਈਆਂ ਸੀ ਆਪਸ ਵਿੱਚ। ਬੜੇ ਸੋਹਣੇ ਰਿਸ਼ਤੇ ਨਿਭਦੇ ਸੀ, ਬੜਾ ਸੋਹਣਾ ਪਰਿਵਾਰ, ਬੜੇ ਚਾਹ ਹੁੰਦੇ ਸੀ ਵਿਆਹਾਂ ਦੇ। ਹੁਣ ਕੀ ਹੈ? ਕੁਛ ਵੀ ਨਹੀਂ। ਅਗਲਾ ਕਹਿੰਦਾ ਜੀ ਲਿਫਾਫਾ ਫੜੋ ਮੈਂ ਜਾਣਾ, ਉਹਦਾ ਮਤਲਬ ਹੁੰਦਾ ਫੜੋ ਆਪਣਾ ਜਿਹੜਾ ਤੁਸੀਂ ਸਾਡੇ ਘਰ ਦਿੱਤਾ ਸੀ, ਆ ਫੜੋ। ਵੀ ਅਸੀਂ ਵਿਹਲੇ ਥੋੜ੍ਹਾ, ਅਸੀਂ ਵਿਹਲੇ ਨਹੀਂ ਆ। ਹੁਣ ਇੱਕ ਵਕਤ ਐਸਾ ਸੀ ਕਿ ਜਦੋਂ ਇਹਨਾਂ ਰਿਸ਼ਤਿਆਂ ਦੀ ਇੱਕ ਆਪਣੀ ਖੂਬਸੂਰਤੀ ਸੀ। ਅਸੀਂ ਅੱਜ ਉਹ ਸਾਰਾ ਕੁਝ ਜਿਹੜਾ ਹੈ ਉਹ ਖਤਮ ਕਰ ਦਿੱਤਾ ਹੈ। ਅਸੀਂ ਉਸ ਨੂੰ ਸੰਭਾਲਿਆ ਨਹੀਂ ਹੈ। ਹੁਣ ਜੋਗੀ ਭਰਤਰੀ ਕਹਿੰਦਾ ਹੈ ਜੀ ਅਸੀਂ ਵਿਸ਼ੇ ਵਾਸ਼ਨਾ ਤੋਂ ਬੈਰਾਗੀ ਹੋ ਜਾਂਦੇ ਹਾਂ, ਦਿਨ ਰਾਤ ਸਾਡੀ ਲਿਵ ਲੱਗੀ ਰਹਿੰਦੀ ਹੈ। ਤੇ ਮੈਂ ਬੇਨਤੀ ਕਰ ਰਿਹਾ ਸੀ ਆਪਣੇ ਦੋਸਤ ਦੇ ਸਹੁਰੇ ਪਰਿਵਾਰ ਦੀ ਕਿ ਹੁਣ ਉਹ ਲੜਕੇ ਦਾ ਵੱਡਾ ਭਰਾ ਗਿਆ ਤੇ ਜਦੋਂ ਵਾਪਸ ਮੁੜਿਆ ਤੇ ਮੈਨੂੰ ਕਹਿੰਦਾ ਛੋਟੇ ਭਾਈ ਤੈਨੂੰ ਇੱਕ ਗੱਲ ਦੱਸਾਂ। ਮੈਂ ਕਿਹਾ ਦੱਸੋ। ਕਹਿੰਦਾ ਮੈਂ ਗੁਰਦੇਵ ਦੇ ਸਹੁਰੇ ਗਿਆ ਸੀ, ਉਹਦਾ ਨਾਂ ਸੀ ਗੁਰਦੇਵ। ਮੈਂ ਕਿਹਾ ਫਿਰ? ਕਹਿੰਦਾ ਮੈਂ ਕੀ ਵੇਖਿਆ ਵੀ ਜਿੰਨੇ ਪਾਠੀ ਉਹ ਸਾਰੇ ਸ਼ਰਾਬ ਪੀ ਕੇ ਪਾਠ ਦੀ ਡਿਊਟੀ ਕਰਨ। ਮੈਂ ਤੁਹਾਨੂੰ ਕੋਈ ਝੂਠ ਨਹੀਂ ਸੁਣਾ ਰਿਹਾ ਮਾਰੇ ਦੀ ਯੂਰੀ 'ਚ। ਕਹਿੰਦਾ ਮੈਨੂੰ ਚੰਗਾ ਨਹੀਂ ਲੱਗਿਆ। ਕਹਿੰਦਾ ਮੈਂ ਆਪਣੇ ਗੁਰਦੇਵ ਦੇ ਸਹੁਰੇ ਦੇ ਪਿਓ ਨੂੰ, ਜਿਹੜਾ ਵੱਡਾ ਬਜ਼ੁਰਗ ਸੀ, ਉਹਨੂੰ ਕਿਹਾ ਕਿ ਬਾਪੂ ਜੀ ਇਹ ਕੀ, ਤੁਹਾਡੇ ਜਿੰਨੇ ਸ਼ਰਾਬੀ ਡਿਊਟੀ ਤੇ ਜਾ ਰਹੇ ਨੇ ਪਾਠ ਦੇ, ਉਹ ਸ਼ਰਾਬ ਪੀ ਕੇ ਜਾ ਰਹੇ ਨੇ। ਕਹਿੰਦਾ ਕਾਕਾ ਮੈਂ ਤੇ ਆਪ ਘੁੱਟ ਲਾ ਕੇ ਚੱਲਿਆ। ਕਹਿੰਦਾ ਜੀ ਕਿਉਂ? ਕਹਿੰਦਾ ਸੁਰਤ ਬੜੀ ਜੁੜਦੀ ਹੈ। ਜੋਗੀ ਭਰਤਰੀ ਨੇ ਗੁਰੂ ਨਾਨਕ ਸਾਹਿਬ ਨੂੰ ਕਿਹਾ ਅਤੇ 1984 ਤੋਂ ਬਾਅਦ ਥੋੜੀ ਜਿਹੀ ਤਕੜਾਈ ਹੋਈ ਹੈ, ਸੋਝੀ ਵੀ ਆਈ ਹੈ, ਲੋਕਾਂ ਨੂੰ ਗਿਆਨ ਵੀ ਮਿਲਿਆ।
ਲੋਕਾਂ ਦੇ ਵਿੱਚ ਇਸ ਗੱਲ ਦੀ ਪਹਿਰੇਦਾਰੀ ਵੀ ਵਧੀ ਹੈ ਕਿ ਨਹੀਂ ਭਾਈ, ਇਹੋ ਜੀ ਮੂਰਖਤਾ ਅਵਗਿਆ ਬਿਲਕੁਲ ਨਹੀਂ ਕਰਨੀ ਕਿ ਕੋਈ ਮਹਾਰਾਜ ਦੀ ਹਜ਼ੂਰੀ ਵਿੱਚ ਕੋਈ ਨਸ਼ਾ ਕਰਕੇ ਜਾਏ। ਇਹ ਤਾਂ ਹੁਣ ਜਾ ਕੇ ਇਸ ਗੱਲ ਦੀ ਪਹਿਰੇਦਾਰੀ ਵਧੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਭਰਥਰੀ ਕਹਿਣ ਲੱਗਾ ਜੀ ਲੇਵ ਬੜੀ ਲੱਗਦੀ ਹੈ, ਅਸੀਂ ਜੋਗੀ ਲੋਕ ਪਿਆਲਾ ਪੀਂਦੇ ਆ। ਇਹ ਸੱਚੀ ਗੱਲ ਹੈ ਕਿ ਜੋਗੀ ਬਹੁਤ ਸ਼ਰਾਬ ਪੀਂਦੇ ਨੇ, ਸ਼ਰਾਬ ਵੀ ਪੀਂਦੇ ਨੇ, ਭੰਗ ਵੀ ਪੀਂਦੇ ਨੇ, ਸੁਲਫੇ ਵੀ ਪੀਂਦੇ ਨੇ। ਹਾਂਜੀ, ਭਗਤ ਵਿਖੈ ਕਾ ਕੇ ਬਲ ਸੰਗਾ, ਲਿਵ ਲਾਗੈ ਏਕੈ ਹਰ ਰੰਗਾ। ਕਥਾ ਨਾ ਚਲਾਉਣੀ ਤਾਂ ਚਾਹੀਦੀ ਤੇਜ਼, ਪਰ ਫਿਰ ਇੱਕੋ ਹੀ ਗੱਲ ਉਹਦੇ 'ਚ ਕਮੀ ਰਹਿ ਜਾਣੀ ਹੈ ਵੀ ਸਾਨੂੰ ਵਾਸਤਵ ਦੇ ਵਿੱਚ ਗੱਲ ਸਮਝ ਨਹੀਂ ਆਉਣੀ। ਅਸੀਂ ਫਿਰ ਉਹ ਜਿਵੇਂ ਪਹਿਲਾਂ ਲੋਕ ਕਹੀ ਜਾਂਦੇ ਨੇ ਜੋਗੀ ਪਿਆਲਾ ਪੀਂਦੇ ਨੇ ਜੀ, ਉਹ ਨਹੀਂ ਪੀਣਾ ਚਾਹੀਦਾ। ਕਿਉਂ ਨਹੀਂ ਪੀਣਾ ਚਾਹੀਦਾ? ਭਰਥਰੀ ਕਹਿਣ ਲੱਗਾ ਜੀ ਮੈਂ ਹੱਠ ਜੋਗ ਕੀਤਾ, ਮੈਂ ਆਪਣਾ ਮਨ ਰੋਕਿਆ, ਤੁਹਾਡੇ ਭਗਤ ਜੋਗ ਵਿੱਚ ਕਿਵੇਂ ਰੋਕਦੇ ਨੇ? ਦੂਜੀ ਗੱਲ, ਅਸੀਂ ਲੋਕ ਸ਼ਰਾਬ ਪੀਂਦੇ ਆ, ਸਾਡੇ ਵਿੱਚ ਅਨਹਦ ਧੁਨੀ ਚੱਲਦੀ ਹੈ, ਸਾਡੀ ਵਿਖੇ ਵਾਸ਼ਨਾ ਤੋਂ ਸੁਰਤੀ ਬਚੀ ਰਹਿੰਦੀ ਹੈ, ਅਸੀਂ ਬੈਰਾਗੀ ਹੋ ਜਾਂਦੇ ਆ, ਦਿਨ ਰਾਤ ਲਿਵ ਲੱਗੀ ਰਹਿੰਦੀ ਹੈ। ਹੁਣ ਉਹ ਕਹਿੰਦੇ ਭਗਤ ਵਿਖੇ ਕਾਂਕੇ ਬਲ ਸੰਗਾ, ਜਿਹੜਾ ਤੁਹਾਡਾ ਭਗਤ ਜੋਗ ਹੈ ਉਹਦੇ ਵਿੱਚ ਕਿਹੜੀ ਸ਼ਕਤੀ ਹੈ, ਤੁਹਾਡੇ ਕੋਲ ਕੀ ਹੈ ਕਿ ਲਿਵ ਲੱਗ ਗਏ ਏਕੇ ਹਰ ਰੰਗਾ, ਕਿ ਇੱਕ ਰੰਗ ਦੇ ਵਿੱਚ ਪਰਮਾਤਮਾ ਦੇ ਪਿਆਰ ਵਿੱਚ ਲਿਵ ਲੱਗੀ ਰਵੇ, ਸੁਰਤੀ ਜੁੜੀ ਰਵੇ, ਮਨ ਖਿੰਡੇ ਹੀ ਨਾ। ਹਾਂਜੀ, ਕਿਸ ਪ੍ਰਕਾਰ ਦ੍ਰਿੜ ਕਰੈ ਵਿਰਾਗਾ, ਬਿਨ ਵੈਰਾਗ ਪ੍ਰੇਮ ਨਹਿ ਜਾਗਾ। ਤੇ ਜੇ ਵੈਰਾਗ ਦ੍ਰਿੜ ਨਹੀਂ ਹੋਏਗਾ ਤੇ ਵੈਰਾਗ ਤੋਂ ਬਿਨਾ ਪ੍ਰੇਮ ਕਿਵੇਂ ਲੱਗੇਗਾ? ਹੁਣ ਇਹ ਗੱਲ ਤੇ ਸੱਚ ਹੈ। ਵੇਖੋ ਤੁਸੀਂ, ਤੁਹਾਡੇ ਫਰੈਂਡ ਕਿੰਨੇ ਨੇ, ਤੁਹਾਡੇ ਰਿਸ਼ਤੇਦਾਰ ਕਿੰਨੇ ਨੇ, ਤੁਹਾਡੇ ਕੁਲੀਗ ਕਿੰਨੇ ਨੇ, ਤੁਹਾਡੇ ਕਸਟਮਰ ਕਿੰਨੇ ਨੇ, ਤੁਹਾਡਾ ਆਲਾ ਦੁਆਲਾ ਕਿੰਨਾ ਹੈ, ਇਹਨੂੰ ਸਾਰੇ ਨੂੰ ਛੱਡ ਦਿਓ। ਪਰ ਇਹ ਚੇਤਾ ਰੱਖਣਾ, ਤੁਹਾਡਾ ਮਿੱਤਰ ਇੱਕ ਹੋਏਗਾ। ਤੁਸੀਂ ਕਹਿ ਦਿਓ ਨਹੀਂ ਜੀ ਮੇਰੇ ਤੇ 5-7 ਮਿੱਤਰ ਨੇ, 5-7 ਨੂੰ ਪੁੱਛ ਕੇ ਵੇਖ ਲਿਓ, ਉਹ ਕਹਿਣਗੇ ਵੀ ਹੈਗੇ ਅਸੀਂ 5-7 ਹੀ ਆ, ਪਰ ਜਿਗਰੀ ਇਹਦਾ ਫਲਾਣਾ ਹੀ ਹੈ। ਇਹ ਗੱਲ ਜਿਹੜੀਆਂ ਗੋਪੀਆਂ ਸੀ ਨਾ, ਉਹਨਾਂ ਨੇ ਉਦੋਂ ਨੂੰ ਕਹੀ ਸੀ ਜਦੋਂ ਕ੍ਰਿਸ਼ਨ ਜੀ ਨੇ ਘੱਲਿਆ ਨਾ, ਉਦੋਂ ਜਾਂ ਗੋਪੀਆਂ ਨੂੰ ਸਮਝਾ ਕੇ ਆ ਕਿ ਵਿਰਾਗ ਨਹੀਂ ਕਰੀਦਾ। ਮੈਂ ਉਹ ਕ੍ਰਿਸ਼ਨਾ ਸੀਰੀਅਲ ਵੇਖਿਆ, ਉਦੋਂ ਜਾਂਦਾ ਜਮਨਾ ਦੇ ਕੰਢੇ ਕੰਢੇ ਜਾ ਕੇ ਉਹਨਾਂ ਨੂੰ ਕਹਿੰਦਾ ਵਿਰਾਗ ਨਹੀਂ ਕਰੀਦਾ। ਅੱਗੋਂ ਗੋਪੀਆਂ ਕੀ ਕਹਿੰਦੀਆਂ ਉਦੋਂ ਮਨ ਨਹੀਂ 10-20। ਉਹਨਾਂ ਨੇ ਦੱਸਿਆ ਇੱਕ ਮਨ ਸੀ, ਉਹ ਕ੍ਰਿਸ਼ਨ ਜੀ ਲੈ ਗਏ। ਹਰ ਬੰਦੇ ਕੋਲ ਇੱਕੋ ਹੀ ਮਨ ਹੈ। ਤੁਸੀਂ ਕਹੋ ਜੀ ਮੈਂ ਮਨ 10 ਜਗ੍ਹਾ ਤੇ ਲਾ ਲਵਾਂਗਾ, ਬਿਲਕੁਲ ਝੂਠ ਹੈ। ਤੁਸੀਂ ਸੁਣ ਲਓ, ਰਾਜੇ ਦੀਆਂ 36 ਰਾਣੀਆਂ ਸੀ, ਪਰ ਉੱਥੇ ਨਾਲ ਲਿਖਿਆ ਹੋਏਗਾ ਕਿ ਸਭ ਤੋਂ ਛੋਟੀ ਰਾਣੀ ਨੂੰ ਰਾਜਾ ਸਭ ਤੋਂ ਵੱਧ ਪਿਆਰ ਕਰਦਾ ਸੀ। ਰਾਜੇ ਦੇ 50 ਮੰਤਰੀ ਹੋਣਗੇ, ਪਰ ਇੱਕ ਐਸਾ ਵੀ ਹੋਏਗਾ ਜਿਹਦੇ ਨਾਲ ਉਹ ਹਰ ਗੱਲ ਸਾਂਝੀ ਕਰਦਾ ਹੋਏਗਾ। ਤੁਹਾਡੇ 50 ਦੋਸਤ ਹੋਣਗੇ, ਪਰ ਇੱਕ ਦੋਸਤ ਐਸਾ ਜ਼ਰੂਰ ਹੋਏਗਾ ਜਿਹਨੂੰ ਤੁਹਾਡੀ ਹਰ ਇਛਾਈ ਬੁਰਾਈ ਜ਼ਰੂਰ ਪਤਾ ਹੋਏਗੀ। ਸਾਰਿਆਂ ਨੂੰ ਨਹੀਂ ਹੋਏਗੀ। ਦੋਸਤ ਬੜੇ ਹੋਣਗੇ, ਪਰ ਅੰਦਰ ਦੀ ਗੱਲ ਇੱਕ ਦੇ ਕੋਲ ਹੋਏਗੀ, ਸਾਰਿਆਂ ਕੋਲ ਨਹੀਂ ਹੋ ਸਕਦੀ। ਹੁਣ ਇੱਕ ਪਰਮਾਤਮਾ ਹੈ, ਇੱਕ ਪਰਮਾਤਮਾ ਨਾਲ ਲਿਵ ਲਾਉਣੀ ਹੈ
ਤੇ ਇੱਕ ਪਰਮਾਤਮਾ ਨਾਲ ਲਿਵ ਲਾਉਣ ਵਾਸਤੇ ਇਹ ਜ਼ਰੂਰ ਚੇਤਾ ਰੱਖਣਾ ਕਿ ਬੋਲਿਆ ਮਨ ਦਾ ਕੀ ਲਾਉਣਾ ਨਾ, ਬੋਲਿਆ ਰੱਬ ਦਾ ਕੀ ਪਾਉਣਾ, ਇਧਰੋਂ ਪੁੱਟਣਾ ਤੇ ਇਧਰ ਲਾਉਣਾ। ਝਗੜਾ ਤੇ ਮਨ ਦਾ ਹੈ। ਤੁਸੀਂ ਵੇਖੋ ਨਾ, ਜਦੋਂ ਕਿਸੇ ਵਿਅਕਤੀ ਨੇ ਮਨ ਦੀ ਸ਼ਕਤੀ ਇਕੱਠੀ ਕਰ ਲਈ, ਉਹਨੂੰ ਦੁਨੀਆ ਦੀ ਤਾਕਤ ਰੋਕ ਨਹੀਂ ਸਕੀ। ਉਹ ਸਮੇਰ ਪਰਬਤ ਤੇ ਵੀ ਚੜ ਗਿਆ ਤੇ ਮੁੜ ਕੇ ਸੂਲੀ ਵੀ ਚੜ ਗਿਆ। ਉਹਨੂੰ ਕੋਈ ਕਾਨੂੰਨ, ਕੋਈ ਫੌਜ, ਕੋਈ ਆਰਮੀ ਰੋਕ ਨਹੀਂ ਸਕਿਆ। ਔਰ ਦੁਨੀਆ ਨੇ ਫਿਰ ਉਹਨੂੰ ਸ਼ਹੀਦ ਆਖਿਆ। ਉਹਨੇ ਆਪਣੇ ਹੱਠ ਨੂੰ ਪਗਾਉਣ ਵਾਸਤੇ ਆਪਣਾ ਬਲੀਦਾਨ ਤੱਕ ਦੇ ਦਿੱਤਾ, ਪ੍ਰਾਣਾਂ ਦੀ ਆਹੂਤੀ ਤੱਕ ਦੇ ਦਿੱਤੀ ਉਹਨੇ। ਭਰਤਰੀ ਜੋਗੀ ਕਹਿੰਦਾ ਹੈ ਕਿ ਕਿਸ ਪ੍ਰਕਾਰ ਦ੍ਰਿੜ ਕਰੇ ਵੈਰਾਗਾ, ਬਿਨ ਵੈਰਾਗ ਪ੍ਰੇਮ ਨ ਜਾਗਾ। ਕਹਿੰਦਾ ਜੀ ਫਿਰ ਤੁਹਾਡੇ ਅੰਦਰ ਵਿਰਾਗ ਕਿਵੇਂ ਦ੍ਰਿੜ ਹੁੰਦਾ ਤੇ ਵਿਰਾਗ ਤੋਂ ਬਿਨਾ ਪ੍ਰੇਮ ਕਿਵੇਂ ਹੋ ਸਕਦਾ? ਵਿਰਾਗ ਕੀ ਹੈ? ਦੂਜਿਆਂ ਨੂੰ ਭੁੱਲਣਾ। ਵਿਰਾਗ ਦਾ ਮਤਲਬ ਹਰ ਚੀਜ਼ ਨੂੰ ਭੁੱਲ ਜਾਣਾ। ਫਿਰ ਤੁਹਾਡਾ ਇੱਕ ਥਾਂ ਤੇ ਧਿਆਨ ਜੁੜੇਗਾ। ਜਿੰਨਾ ਚਿਰ ਤੁਸੀਂ ਬਾਕੀ ਚੀਜ਼ਾਂ ਤੋਂ ਬੇਖਬਰ ਨਹੀਂ ਹੁੰਦੇ, ਤੁਹਾਡਾ ਇੱਕ ਥਾਂ ਤੇ ਧਿਆਨ ਕੇਂਦਰਿਤ ਨਹੀਂ ਹੋ ਸਕਦਾ। ਤੇ ਜਦੋਂ ਤੁਹਾਡਾ ਧਿਆਨ ਇੱਕ ਥਾਂ ਤੇ ਲੱਗ ਗਿਆ, ਤੁਹਾਡੇ ਲਾਗੇ ਕੋਈ ਕੁਛ ਕਰੀ ਜਾਵੇ, ਤੁਹਾਡਾ ਉਹਦੇ ਤੇ ਕੋਈ ਅਸਰ ਨਹੀਂ ਹੋਏਗਾ, ਉਹਦਾ ਤੁਹਾਡੇ ਤੇ ਕੋਈ ਅਸਰ ਨਹੀਂ ਹੋਏਗਾ। ਤੁਸੀਂ ਉਹਨੂੰ ਪੁੱਛ ਕੇ ਵੇਖ ਲਿਓ ਵੀ ਤੇਰੇ ਆਲੇ ਦੁਆਲੇ ਇਹ ਹੋਇਆ, ਕਹੇਗਾ ਮੈਨੂੰ ਤੇ ਪਤਾ ਹੀ ਨਹੀਂ। ਹਾਂਜੀ। ਇਹ ਸੰਸੈ ਮੁਝ ਮਨ ਮੈਂ ਦੋ, ਪ੍ਰਿਥਮ ਕਹੇ ਨਾਰਦ ਢਿਗ ਜੋ। ਕਹਿਣ ਲੱਗਾ ਜੀ ਇਹ ਦੋ ਸੰਸੇ ਨੇ। ਇੱਕ ਇਹ ਹੈ ਕਿ ਮੈਂ ਤੇ ਹੱਠ ਜੋਗ ਨਾਲ ਮਨ ਰੋਕਿਆ, ਦੂਜਾ ਇਹ ਹੈ ਕਿ ਪਿਆਲਾ ਪੀ ਕੇ ਅਸੀਂ ਵੈਰਾਗੀ ਹੁੰਨੇ ਆ ਤੇ ਪਰਮਾਤਮਾ ਨਾਲ ਸਾਡੀ ਲਿਵ ਲੱਗਦੀ ਆ, ਨਦ ਧੁਨੀ ਚੱਲਦੀ ਹੈ। ਇਹ ਸਵਾਲ ਮੈਂ ਨਾਰਦ ਮੁਨੀ ਜੀ ਨੂੰ ਕੀਤੇ ਸੀ, ਉਹਨਾਂ ਨੇ ਜਵਾਬ ਨਹੀਂ ਦਿੱਤਾ, ਤੁਸੀਂ ਦੇ ਦਿਓ। ਹਾਂਜੀ। ਸੋ ਮੈਂ ਕਹੇ ਤੁਮਾਰ ਅਗਾਰੀ, ਉਤਰ ਦੀਜੈ ਹਿਰਦੈ ਵਿਚਾਰੀ। ਇਹਦਾ ਮਨ ਦੇ ਵਿੱਚ ਵਿਚਾਰ ਕਰਕੇ ਤੁਸੀਂ ਉੱਤਰ ਦਿਓ। ਇਹ ਦੋ ਸਵਾਲ, ਇਹ ਦੋ ਬੇਨਤੀਆਂ, ਇਹ ਦੋ ਪ੍ਰਸ਼ਨ ਨੇ ਜਿਹੜੇ ਮੈਂ ਤੁਹਾਡੇ ਅੱਗੇ ਰੱਖੇ ਨੇ। ਹਾਂਜੀ। ਸ਼੍ਰੀ ਨਾਨਕ ਬਚ ਕਹਿ ਗੁਣ ਸਾਨੇ, ਸੁਣੋ ਭਰਥਰੀ ਪਰਮ ਸਿਆਨੇ। ਗੁਰੂ ਨਾਨਕ ਦੇ ਪਿਤਾ ਮਹਾਰਾਜ ਕਹਿਣ ਲੱਗੇ, ਸੁਣ ਭਾਈ ਭਰਤਰੀ, ਹੈ ਤੇ ਤੂੰ ਸਿਆਣਾ ਆਦਮੀ ਹੈ। ਸਿਆਣਾ ਆਦਮੀ ਕੌਣ ਹੈ? ਜਿਹੜਾ ਤੁਹਾਡੇ ਨਾਲ ਬਹਿ ਕੇ ਗੱਲ ਕਰੇ, ਜਿਹੜਾ ਤੁਹਾਡੇ ਨਾਲ ਲੜਨਾ ਸ਼ੁਰੂ ਕਰ ਦੇਵੇ, ਉੱਚੀ ਉੱਚੀ ਬੋਲਣਾ ਸ਼ੁਰੂ ਕਰ ਦੇਵੇ, ਜਿਹੜਾ ਤੁਹਾਡੇ ਹੱਥੀ ਪੈਣਾ ਸ਼ੁਰੂ ਕਰ ਦੇਵੇ, ਜਿਹੜਾ ਉੱਠ ਉੱਠ ਕੇ ਵਾਕਆਊਟ ਕਰਨਾ ਸ਼ੁਰੂ ਕਰ ਦੇਵੇ, ਸਮਝ ਲੈਣਾ ਇਹ ਬੰਦਾ ਸਿਆਣਾ ਨਹੀਂ ਹੈ। ਜਬ ਲਗ ਦੁਨੀਆ ਰਹੀ ਹੈ ਨਾਨਕ, ਕਿਛ ਸੁਣੀਐ ਕਿਛ ਕਹੀਐ। ਆਪਣੇ ਅੰਦਰ ਇੱਕ ਕੈਪੈਸਿਟੀ ਪੈਦਾ ਕਰੋ ਕਿ ਤੁਸੀਂ ਗੱਲ ਕਰੋ, ਅਗਲਾ ਸੁਣੇ। ਜਦੋਂ ਅਗਲਾ ਕਰੇ ਤੁਸੀਂ ਸੁਣੋ। ਸਤਿਗੁਰੂ ਕਹਿਣ ਲੱਗੇ, ਭਰਥਰੀ ਸੁਣ। ਹਾਂਜੀ। ਨਿਰਮਲ ਮਨ ਬਿਨ ਭਗਤ ਸੁਨਾਹੀ, ਅਵੇ ਜਥਾਰਥ ਸਾਚੀ ਪ੍ਰਾਹੀ। ਇੱਕ ਗੱਲ ਤੇਰੀ ਬਿਲਕੁਲ ਠੀਕ ਹੈ ਕਿ ਨਿਰਮਲ ਮਨ ਤੋਂ ਬਗੈਰ ਭਗਤੀ ਨਹੀਂ ਹੋ ਸਕਦੀ। ਮਨ ਮੈਲੇ ਸਭ ਕਿਛ ਮੈਲਾ, ਭਗਤੀ ਨਹੀਂ ਹੋ ਸਕਦੀ। ਮੈਲੇ ਮਨ ਦੇ ਨਾਲ ਰੱਬ ਦੀ ਸਿਫਤ ਸਲਾਹ ਇਬਾਦਤ ਨਹੀਂ ਹੋ ਸਕਦੀ। ਇੱਥੋਂ ਤੱਕ ਤੇ ਭਰਤਰੀ ਤੂੰ ਠੀਕ ਹੈ। ਹਾਂਜੀ। ਮਨ ਨਿਰਮਲ ਨੈ ਜੋਗ ਬਹੀਨਾ, ਤਾਂ ਤੇ ਭਗਤ ਜੋਗ ਸ਼ੁਭ ਕੀਨਾ। ਮਨ ਨਿਰਮਲ ਨੈ ਜੋਗ ਬਹੀਨਾ, ਤਾਂ ਤੇ ਭਗਤ ਜੋਗ ਸ਼ੁਭ ਕੀਨਾ। ਸਤਿਗੁਰੂ ਜੀ ਕਹਿਣ ਲੱਗੇ ਵੀ ਸਾਡੀ ਗੱਲ ਸੁਣ ਭਾਈ, ਮਨ ਨਿਰਮਲ ਦੇ ਲਈ ਜੋਗ ਚਾਹੀਦਾ। ਇਹ ਤਾਂ ਅਸੀਂ ਵੀ ਮੰਨਦੇ ਹਾਂ, ਜੋਗ ਸਾਧਨਾ ਚਾਹੀਦੀ ਹੈ, ਪਰ ਕਿਹੜੀ? ਹੱਠ ਜੋਗ ਵਾਲੀ ਨਹੀਂ ਕਿ ਕੱਪੜੇ ਲਾ ਦਿਓ ਜੀ, ਲੰਗੋਟੀ ਲਾ ਲਓ ਜੀ, ਬਰਫ਼ ਦੇ ਵਿੱਚ ਖੜੇ ਬਹਿ ਜਾਓ ਜੀ, ਧੂਣੀ ਲਾ ਕੇ ਬਹਿ ਜਾਓ ਜੀ। ਨਾ,
ਕਹਿਣ ਲੱਗੇ ਯੋਗ ਸਾਡੇ ਕੋਲ ਵੀ ਹੈ, ਪਰ ਸਾਡੇ ਕੋਲ ਭਗਤ ਯੋਗ ਹੈ, ਸਾਡੇ ਕੋਲ ਹਠ ਯੋਗ ਨਹੀਂ ਹੈ। ਮਨ ਅਸੀਂ ਵੀ ਰੋਕਦੇ ਹਾਂ, ਪਰ ਸਾਡੇ ਕੋਲੇ ਭਗਤੀ ਦੀ ਯੁਗਤੀ ਹੈ, ਪਾਠ ਦੀ ਯੁਗਤੀ ਹੈ, ਸਿਮਰਨ ਦੀ ਯੁਗਤੀ ਹੈ। ਹਾਂਜੀ। ਚਹਿਤ ਜਗਤ ਜਗ ਮਨ ਜੋ ਵਿਚਛਣ, ਸੋ ਅਸ ਧਰਤ ਜੋਗ ਕੇ ਲੱਛਣ। ਜਿਹੜੇ ਵਿਅਕਤੀ ਚਾਹੁੰਦੇ ਨੇ ਮਨ ਰੋਕਣਾ, ਮਨ ਵਿੱਚ ਵੈਰਾਗ ਪੈਦਾ ਕਰਨਾ, ਅਨਹਦ ਧੁਨੀ ਸੁਣਨਾ, ਰੱਬ ਨਾਲ ਆਪਣੀ ਸੁਰਤ ਜੋੜਨਾ, ਸੋ ਅਸ ਧਰਤ ਜੋਗ ਕੇ ਲੱਛਣ। ਤੇ ਭਗਤ ਜੋਗ ਦੇ ਲੱਛਣ ਇਹ ਨੇ। ਇੱਥੇ ਫਿਰ ਗੁਰੂ ਨਾਨਕ ਸਾਹਿਬ ਨੇ ਆਸਾ ਮਹੱਲਾ ਪਹਿਲਾ ਆਸਾ ਰਾਗ ਦੇ ਵਿੱਚ ਸ਼ਬਦ ਉਚਾਰਿਆ। ਗੁਰ ਕਾ ਸ਼ਬਦ ਮਨੇ ਮੈਂ, ਮੁੰਦਰਾ ਖਿੰਤਾ ਖਿਮਾ ਹੰਡਾਵੋ। ਜੋ ਕਿਛ ਕਰੇ ਭਲਾ ਕਰ ਮਾਨੋ, ਸਹਿਜ ਜੋਗ ਨਿਧ ਪਾਵੋ। ਬਾਬਾ ਜੁਗਤਾ ਜੀਓ, ਜੁਗੈ ਜੁਗ ਜੋਗੀ, ਪਰਮ ਤੰਤ ਮੈਂ ਜੋਗੰ। ਅੰਮ੍ਰਿਤ ਨਾਮ ਨਿਰੰਜਨ ਪਾਇਆ, ਗਿਆਨ ਕਾਇਆ ਰਸ ਭੋਗੰ। ਅੱਜ ਸਮਾਂ ਸਮਾਪਤ ਹੈ। ਸਤਿਗੁਰੂ ਕਿਰਪਾ ਕਰਨ। ਅਗਲੀ ਕਥਾ ਆਪਾਂ ਕੱਲ੍ਹ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਇਹਨੂੰ ਬੜੇ ਧਿਆਨ ਨਾਲ ਸੁਣਨ ਦੀ ਲੋੜ ਹੈ। ਜਿਹੜੀਆਂ ਗੱਲਾਂ ਕੁਛ ਮੈਂ ਬਾਹਰੋਂ ਕਰਦਾ ਨਾ, ਮੈਂ ਉਹ ਇਸ ਕਰਕੇ ਕਰਦਾ ਵੀ ਗੱਲ ਇਸ ਤੋਂ ਬਾਅਦ ਇਹ ਨਾ ਰਵੇ ਕਿ ਜੀ ਪੱਲੇ ਨਹੀਂ ਪਈ। ਹੁਣ ਜੋਗੀ ਪਿਆਲਾ ਪੀਂਦੇ ਨੇ, ਉਹਦੀ ਮੈਂ ਕਿੰਨੀ ਲੰਬੀ ਚੌੜੀ ਤੁਹਾਡੇ ਨਾਲ ਸਾਂਝ ਕੀਤੀ। ਇਹ ਕਹਿਣ ਵਾਸਤੇ ਕਿ ਪਿਆਲੇ ਦਾ ਮਤਲਬ ਜੋਗੀ ਸ਼ਰਾਬ ਪੀਂਦੇ ਨੇ। ਸ਼ਰਾਬ ਕਿਉਂ ਪੀਂਦੇ ਨੇ? ਜਦੋਂ ਟੱਲੀ ਹੋ ਜਾਣਾ ਹੈ ਤੇ ਫਿਰ ਕੀ ਹੈ। ਇਸੇ ਕਰਕੇ ਉਹਦੀ ਮੈਂ ਵਿਆਖਿਆ ਵੀ ਕੀਤੀ ਵੀ ਸ਼ਰਾਬ ਦਾ ਅਰਥ ਹੈ ਸ਼ਰਾਰਤ ਦਾ ਪਾਣੀ। ਹੁਣ ਜਿਹੜਾ ਤੇ ਇੱਕ ਅੱਧਾ ਪੈਗ ਪੀਏਗਾ ਉਹ ਤੇ ਜ਼ਰੂਰ ਸ਼ਰਾਰਤ ਕਰੇਗਾ। ਉਹ ਇਧਰ ਕੀ ਉਧਰ ਕਰੇਗਾ, ਉਧਰ ਕੀ ਇਧਰ ਕਰੇਗਾ। ਤੇ ਜਿਹਦਾ ਸਿਰ ਪਵਾਂਦਾਂ 'ਚ ਫਸ ਗਿਆ, ਜਿਹਦਾ ਸਿਰ ਗੰਦੀ ਨਾਲੀ 'ਚ ਫਸ ਗਿਆ, ਜਿਹੜਾ ਸਾਰੇ ਪਰਿਵਾਰ ਦੀ ਗੱਡੀ ਲੈ ਕੇ ਖੱਡ 'ਚ ਡਿੱਗ ਪਿਆ, ਉਹਨੇ ਕੀ ਸ਼ਰਾਰਤ ਕਰਨੀ ਹੈ। ਵੀ ਜਦੋਂ ਤੁਸੀਂ ਸ਼ਰਾਬ ਪੀ ਕੇ ਧੁੱਤ ਹੋ ਗਏ। ਹੁਣ ਸ਼ਰਾਬੀ ਆਦਮੀ ਆਪ ਜੀ ਨੂੰ ਪਤਾ, ਵੇਖੋ ਮੈਨੂੰ ਸ਼ਹਿਰਾਂ ਦਾ ਤੇ ਅਜੇ ਬਹੁਤਾ ਨਹੀਂ ਪਤਾ, ਪਿੰਡਾਂ ਦਾ ਪਤਾ ਹੈ। ਸਾਡੇ ਪਿੰਡਾਂ 'ਚ ਪ੍ਰਾਹੁਣਾ ਆ ਜਾਵੇ ਨਾ ਤੇ ਉਹਦੇ ਅੱਗੇ ਬੋਤਲ ਰੱਖ ਦਿਓ ਤੇ ਪਤਾ ਜਾ ਕੇ ਪਿੰਡ ਕੀ ਕਹਿੰਦਾ ਹੈ। ਕਹਿੰਦਾ ਵੀ ਬੜੀ ਸੇਵਾ ਕੀਤੀ ਉਹਨਾਂ ਨੇ ਮੇਰੀ। ਸੱਚ ਇਹ ਵੀ ਉਹਨੇ ਉਧਰ ਰੋਟੀ ਵੀ ਨਹੀਂ ਖਾਧੀ ਤੇ ਘਰਦਿਆਂ ਨੇ ਉਹਦੇ ਥੱਲੇ ਬਿਸਤਰਾ ਵੀ ਨਹੀਂ ਵਿਛਾਇਆ। ਉਹਨਾਂ ਨੂੰ ਪਤਾ ਹੈ ਅੱਧੀ ਰਾਤ ਤੋਂ ਬਾਅਦ ਇਹਨੇ ਉਲਟੀਆਂ ਕਰਨੀਆਂ ਨੇ, ਪਰ ਉਹ ਖੁਸ਼ ਬੜਾ ਹੈ। ਤੇ ਜਿਹੜਾ ਹੋਵੇ ਬੰਦਾ ਸ਼ਰਾਬੀ ਨਾ ਹੋਵੇ, ਤੁਹਾਨੂੰ ਪਤਾ ਕਿੰਨੀ ਵੱਡੀ ਪ੍ਰਾਹੁਣਾਚਾਰੀ ਹੈ। ਉਹਨੂੰ ਇਹ ਵੀ ਪਤਾ ਵੀ ਪਕੌੜਿਆਂ 'ਚ ਲੂਣ ਨਹੀਂ ਸੀ ਹੈਗਾ, ਪਕੌੜਿਆਂ 'ਚ ਤੇਲ ਬਹੁਤਾ ਸੀ, ਪਕੌੜਿਆਂ 'ਚ ਸਹੁਰਿਆਂ ਨੇ ਗੰਢੇ ਤਾਂ ਪਾਏ ਨਹੀਂ। ਜਿਹੜਾ ਸੋਫੀ ਆਦਮੀ ਉਹ ਤਾਂ ਨੁਕਸ ਹੀ ਬੜੇ ਕੱਢਦਾ ਹੈ। ਉਹਦੀ ਮਹਿਮਾਨ ਨਵਾਜੀ ਬੜੀ ਔਖੀ ਹੈ। ਚਾਦਰ 'ਚੋਂ ਮੁਸ਼ਕ ਆਉਂਦੀ ਸੀ। ਮੇਰਾ ਤਾਂ ਜੀ ਉਹਨਾਂ ਨੇ ਜੀ ਉਹ ਜਿੱਥੇ ਮੰਜਾ ਡਾਇਆ ਕੂਲਰ ਵੀ ਨਹੀਂ ਲਾਇਆ। ਸ਼ਰਾਬੀ ਨੂੰ ਮੋਏ ਪਤਾ ਵੀ ਕਿਹੜੇ ਕੂਲਰ ਲੱਗੇ ਰਾਤ ਨੂੰ। ਜਿਹੜਾ ਜੋਗੀ ਸ਼ਰਾਬ ਪੀ ਕੇ ਧੁੱਤ ਹੋ ਗਿਆ, ਉਹਨੂੰ ਕੀ ਪਤਾ। ਉਹ ਕਹਿੰਦਾ ਹੈ ਜੀ ਅਸੀਂ ਸ਼ਰਾਬ ਪੀਂਦੇ ਹਾਂ, ਅਸੀਂ ਮਸਤ ਹੋ ਜਾਂਦੇ ਹਾਂ, ਰੱਬ ਨਾਲ ਸੁਰਤ ਜੁੜ ਜਾਂਦੀ ਹੈ। ਵੀ ਸੁਰਤ ਤੇ ਆਪੇ ਜੁੜ ਗਈ। ਵੀ ਹੋਸ਼ ਵਿੱਚ ਆਓ ਤੇ ਪਤਾ ਲੱਗੇ ਵੀ ਮੰਜੀ ਧੁੱਪੇ ਹੈ ਕਿ ਛਾਵੇਂ ਹੈ। ਸਤਿਗੁਰੂ ਕਹਿਣ ਲੱਗੇ ਨਹੀਂ ਭਰਤਰੀ, ਸਾਡੇ ਵਿੱਚ ਹਠ ਯੋਗ ਨਹੀਂ ਹੈ। ਅਸੀਂ ਸ਼ਰਾਬਾਂ ਦੇ ਪਿਆਲੇ ਨਹੀਂ ਪੀਂਦੇ। ਇਹ ਅਗਲੀ ਕਥਾ ਆਪਾਂ ਕੱਲ੍ਹ ਸੁਣਾਂਗੇ। ਫਿਰ ਪਤਾ ਲੱਗੇਗਾ ਕਿ ਗੁਰਮਤਿ ਦੇ ਵਿੱਚ ਪਿਆਲਾ ਕਿਹੜਾ ਹੈ। ਇੱਥੇ ਰਾਮ ਰਸ ਪੀਆ ਰਹੇ, ਇੱਥੇ ਸ਼ਰਾਬ ਨਹੀਂ ਹੈ। ਇੱਥੇ ਪ੍ਰਮਾਤਮਾ ਦੇ ਨਾਮ ਦੇ ਰਸ ਨੂੰ ਤੁਸੀਂ ਆਪਣੇ ਜੀਵਨ ਵਿੱਚ ਪੀਣਾ ਹੈ। ਤੇ ਫਿਰ ਕੀ ਹੈ, ਜਿਹਨੇ ਨਾਮ ਦਾ ਰਸ ਪੀ ਲਿਆ ਉਹ ਦੁਨੀਆ ਦੇ ਰਸਾਂ ਤੋਂ ਬਹੁਤ ਉੱਪਰ ਚਲਾ ਗਿਆ। ਇੰਨੀ ਕੁ ਸੇਵਾ ਪ੍ਰਵਾਨ ਕਰਨਾ ਜੀ। ਭੁੱਲਾਂ ਬਖਸ਼ੋ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ